770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ auto, home, life, trucking fleets and non-fleets, disability, group benefits, ਕਿੱਦਾਂ ਦੀ ਵੀ ਕਵਰੇਜ ਲਵੋ। ਆਰਮਰ ਚੇਤੇ ਰੱਖੋ, Armor Insurance is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। Armor Insurance Brokers 9054525127 905 452 5127। ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਰੁਪਿੰਦਰ ਹੇਰ ਵੱਲੋਂ ਬਹੁਤ ਨਿੱਘੀ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਹਰ ਐਤਵਾਰ ਦੀ ਤਰ੍ਹਾਂ ਤੁਹਾਡੇ ਨਾਲ ਰੂਬਰੂ ਹੁੰਦੇ ਆ ਕੋਈ ਨਾ ਕੋਈ ਐਸਾ ਮੁੱਦਾ ਲੈ ਕੇ, ਕੋਈ ਨਾ ਕੋਈ ਐਸਾ ਟੌਪਿਕ ਲੈ ਕੇ ਜੋ ਕਈ ਵਾਰ ਅਸੀਂ ਜਾਂ ਤਾਂ ਗੱਲ ਕਰਨ ਤੋਂ ਝਿਜਕਦੇ ਹਾਂ, ਜਾਂ ਉਹ ਕੁਛ ਟੌਪਿਕ ਐਸੇ ਕਠੋਰ ਹੁੰਦੇ ਨੇ ਕਿ ਉਹਨੂੰ ਅਸੀਂ ਅਵੋਇਡ ਕਰਦੇ ਹਾਂ, ਅੱਖਾਂ ਮੀਟ ਦਿੰਦੇ ਹਾਂ ਕਿ ਸ਼ਾਇਦ ਅਸੀਂ ਉਹਦੇ ਤੋਂ ਇਫੈਕਟਡ ਨਹੀਂ ਹੈ, ਸਾਨੂੰ ਉਹ ਮੁੱਦਾ ਜਿਹੜਾ ਆ ਜਾਂ ਸਾਡਾ ਉਹ ਇਸ਼ੂ ਨਹੀਂ ਹੈ। ਇਸੇ ਤਰ੍ਹਾਂ ਅੱਜ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਜਿਹੜੀ ਸਬਜੈਕਟ 'ਤੇ ਹੋਏਗੀ, ਉਹ ਕੁਛ ਸਾਲਾਂ ਤੋਂ ਬਹੁਤ ਵੱਡਾ ਇਸ਼ੂ ਰਿਹਾ ਹੈ, ਮਗਰ ਖਾਸ ਤੌਰ 'ਤੇ 2020 ਪਿਛਲਾ ਸਾਲ ਜੋ ਨਿਕਲਿਆ COVID-19 ਵਾਲਾ ਸਾਲ, ਉਹਦੇ ਵਿੱਚ ਸਟੈਟਿਸਟਿਕਸ ਔਰ ਹੋਰ ਬਹੁਤ ਸਾਰੇ ਸੰਸਥਾਵਾਂ ਜਿਹੜੀਆਂ ਕਿ ਇਸ ਮੁੱਦੇ ਨੂੰ ਡੀਲ ਕਰਦੀਆਂ ਨੇ, ਉਹਨਾਂ ਦੇ ਅੰਕੜੇ ਜਿਹੜੇ ਆ ਉਹ ਬਹੁਤ ਵਧੇ ਨੇ। ਸੋ ਇਸ ਕਰਕੇ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਐਸੇ ਟੌਪਿਕ ਦੀ ਜਿਹੜਾ ਕਿ ਨਾ ਸਿਰਫ ਸਾਨੂੰ ਸੋਸ਼ਲੀ ਅਸਰ ਕਰਦਾ ਹੈ, ਸਾਡੇ ਸਰੀਰਕ ਤੌਰ 'ਤੇ ਅਸਰ ਕਰਦਾ, ਮਗਰ ਸਭ ਤੋਂ ਜ਼ਿਆਦਾ ਜੇ ਅੱਜ ਅਸੀਂ ਫੋਕਸ ਕਰਾਂਗੇ ਤਾਂ ਉਹ ਅਸਰ ਕਰਦਾ ਸਾਡੇ ਬੱਚਿਆਂ 'ਤੇ, ਔਰ ਉਹ ਹੈ ਇੰਟਰਨੈਟ ਐਡਿਕਸ਼ਨ ਅਤੇ ਸਾਈਬਰ ਕ੍ਰਾਈਮ। ਦੋਨੋਂ ਚੀਜ਼ਾਂ ਹੀ ਰਿਲੇਟਡ ਨੇ ਔਰ ਇਹਦੇ ਉੱਤੇ ਅਸੀਂ ਜ਼ਰੂਰ ਗੱਲ ਕਰਦੇ ਹਾਂ, ਸੋਚਦੇ ਹਾਂ, ਮਗਰ ਕਿਤੇ ਨਾ ਕਿਤੇ ਅਸੀਂ ਅਲਰਟ ਨਹੀਂ ਹਾਂ। ਅੱਜ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਗੱਲ ਕੀਤੀ ਜਾਏਗੀ ਕਿ ਇੰਟਰਨੈਟ ਐਡਿਕਸ਼ਨ ਕੀ ਚੀਜ਼ ਹੈ, ਕੀ ਵਜ੍ਹਾ ਹੈ ਕਿ ਇਹਦੇ ਬਾਰੇ ਬਹੁਤ ਸਾਰੇ ਲੋਕ ਚਿੰਤਤ ਨੇ, ਮਗਰ ਓਪਨਲੀ ਔਰ ਸਰਕਾਰਾਂ ਜਿਹੜੀਆਂ ਇਹਦੇ ਉੱਤੇ ਕੋਈ ਐਸਾ ਕਾਨੂੰਨ ਨਹੀਂ ਬਣਾ ਰਹੀਆਂ। ਈਵਨ ਜਿਹੜੀਆਂ ਬੈਸਟ ਮੈਂਟਲ ਹੈਲਥ ਆਰਗੇਨਾਈਜੇਸ਼ਨਸ ਨੇ, ਉਹ ਵੀ ਇਹਨੂੰ ਇੱਕ ਐਡਿਕਸ਼ਨ ਨਹੀਂ ਮੰਨਣਾ ਚਾਹੁੰਦੀਆਂ ਐਜ਼ ਆਫ ਨਾਓ। ਕਮਰਸ਼ਲਾਈਜੇਸ਼ਨ ਉਹਦਾ ਕਾਰਨ ਹੈ, ਹੋਰ ਉਹਦੇ ਕਾਰਨ ਨੇ ਇੰਟਰਨੈਟ ਸਰਵਿਸਿਜ਼ ਪ੍ਰੋਵਾਈਡਰ ਜਿਹੜੇ ਨੇ, ਉਹ ਕੰਪਨੀਆਂ ਦੇ ਉਹਨਾਂ ਉੱਤੇ ਪ੍ਰੈਸ਼ਰਸ ਨੇ, ਉਹਨਾਂ ਆਰਗੇਨਾਈਜੇਸ਼ਨ 'ਤੇ, ਉਹਦੀ ਵੀ ਗੱਲ ਕਰਾਂਗੇ। ਔਰ ਜ਼ਿਆਦਾ ਟਾਈਮ ਗੱਲ ਕਰਾਂਗੇ ਕਿ ਇਸ ਕਾਰਨ ਔਨਲਾਈਨ ਕਲਾਸਿਸ ਹੋਈਆਂ ਨੇ, ਬੱਚੇ ਘਰ ਰਹੇ ਨੇ, ਬੱਚਿਆਂ ਨੂੰ ਬਹੁਤ ਜ਼ਿਆਦਾ ਸਕਰੀਨ ਟਾਈਮ ਮਿਲਿਆ, ਬਹੁਤ ਜ਼ਿਆਦਾ ਸਮਾਂ ਮਿਲਿਆ। ਛੋਟੇ ਬੱਚਿਆਂ ਤੋਂ ਲੈ ਕੇ ਯੂਨੀਵਰਸਿਟੀ ਬੱਚਿਆਂ ਤੱਕ ਇੰਟਰਨੈਟ ਦੇ ਉੱਤੇ ਬਹਿਣ ਦਾ, ਔਨਲਾਈਨ ਕਲਾਸਿਸ ਕਰਕੇ, ਹੋਰ ਚੀਜ਼ਾਂ ਕਰਕੇ, ਸਾਰਾ ਕੁਛ COVID-19 'ਚ ਇੰਟਰਨੈਟ ਸੀਗਾ, ਔਨਲਾਈਨ ਸੀਗਾ। ਉਹਦੇ ਕਾਰਨ ਕੀ ਹੋਇਆ? ਕੀ ਵਾਕਿਆ ਹੀ ਸਿਰਫ ਔਨਲਾਈਨ ਸਟੱਡੀ ਹੋਈ ਹੈ? ਸ਼ਾਇਦ ਅੰਕੜੇ ਕੁਛ ਹੋਰ ਦੱਸਦੇ ਨੇ। ਸਾਈਬਰ ਰਿਲੇਟਡ ਕ੍ਰਾਈਮ ਬਹੁਤ ਨੇ, ਸਾਈਬਰ ਫਰਾਡਸ ਬਹੁਤ ਨੇ, ਬਹੁਤ ਸਾਰੇ ਹੋਰ ਚੀਜ਼ਾਂ ਨੇ, ਤੁਹਾਡੀ ਫਿਸ਼ਿੰਗ, ਹੋਰ ਮਨੀ ਲਾਂਡਰਿੰਗ, ਕਈ ਕੁਛ ਹੋਰ ਚੀਜ਼ ਹੈ। ਅੱਜ ਜਿਹੜੇ ਅਸੀਂ ਟੌਪਿਕ 'ਤੇ ਫੋਕਸ ਕਰਨਾ ਚਾਹੁੰਦੇ ਹਾਂ, ਉਹ ਸਾਨੂੰ ਉਹ ਟੌਪਿਕ ਹੈ ਜੋ ਸਾਡੇ ਘਰਾਂ ਦੇ ਵਿੱਚ ਹੁੰਦਾ, ਔਰ ਉਹ ਹੈ ਕਿ ਸਾਈਬਰ ਕ੍ਰਾਈਮ ਤੁਹਾਡੇ ਬੱਚਿਆਂ ਨਾਲ ਕਿਵੇਂ ਹੋ ਰਿਹਾ। ਕਿੰਨੇ ਬੱਚੇ ਇਸ ਚੀਜ਼ 'ਚ ਅਫੈਕਟਡ ਨੇ, ਚਾਹੇ ਉਹ ਬੱਚੇ ਮੇਰੇ ਹੋਣ, ਚਾਹੇ ਤੁਹਾਡੇ ਹੋਣ। ਸਾਡੇ ਬੱਚੇ ਕਿੰਨੀ ਬੁਰੀ ਤਰ੍ਹਾਂ ਔਨਲਾਈਨ ਐਸੇ ਲੋਕਾਂ ਦੀ ਪ੍ਰੈਜ਼ੈਂਸ ਕਰਕੇ ਬਹੁਤ ਐਸੇ ਟਰੈਪਸ 'ਚ ਫਸੇ ਹੋਏ ਨੇ, ਬਹੁਤ ਸਾਰੇ ਐਸੇ ਗਲਤ ਚੀਜ਼ਾਂ ਦੇ ਵਿੱਚ ਫਸ ਚੁੱਕੇ ਨੇ ਕਿ ਉਹ ਨਾ ਤਾਂ ਆਪਣੇ ਮਾਂ-ਬਾਪ ਨਾਲ ਗੱਲ ਸ਼ੇਅਰ ਕਰ ਸਕਦੇ ਆ, ਨਾ ਹੀ ਉਹ ਕਿਸੇ ਨੂੰ ਦੱਸ ਸਕਦੇ ਨੇ। ਔਰ ਕੰਟੀਨਿਊਸਲੀ ਜਿਹੜੀਆਂ ਬੱਚਿਆਂ ਨੂੰ ਡੀਲ ਕਰਨ ਵਾਲੀਆਂ ਸੰਸਥਾਵਾਂ ਨੇ,
ਕੈਨੇਡਾ ਦੇ ਵਿੱਚ, ਚਾਹੇ ਉਹ RCMP ਹੋਏ, ਚਾਹੇ ਉਹ ਸਾਈਬਰ ਕ੍ਰਾਈਮ ਦੀ ਹੋਰ ਆਰਗੇਨਾਈਜੇਸ਼ਨਸ ਨੇ, ਉਹਨਾਂ ਕੋਲ ਜਿਹੜੇ ਆંકੜੇ ਆ ਰਹੇ ਨੇ ਉਹ ਬਹੁਤ ਜ਼ਿਆਦਾ ਨੇ ਔਰ 2020 ਦੇ ਵਿੱਚ ਬਹੁਤ ਵਧੇ ਨੇ। ਤੁਹਾਡੇ ਘਰ ਦੇ ਵਿੱਚ ਕੌਣ ਤੁਹਾਡੇ ਬੱਚੇ ਦੇ ਬੈੱਡਰੂਮ 'ਚ, ਤੁਹਾਡੇ ਬੱਚੇ ਦੇ ਟੈਬਲੇਟ ਥਾਣੀ, ਫੋਨ ਰਾਹੀਂ ਕੌਣ ਉਹਨਾਂ ਕੋਲ ਪਹੁੰਚ ਚੁੱਕਿਆ ਹੈ, ਇਸ ਚੀਜ਼ ਉੱਤੇ ਅਸੀਂ ਅਲਰਟ ਨਹੀਂ ਹਾਂ। ਔਰ ਉਹਦਾ ਬਹੁਤ ਵੱਡਾ ਕਾਰਨ ਇਹ ਹੈ ਜਿਹਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਅਸੀਂ ਤਕਰੀਬਨ ਸਾਰੇ ਹੀ ਇੰਟਰਨੈਟ ਐਡਿਕਟ ਹੋ ਚੁੱਕੇ ਹਾਂ। ਅਸੀਂ ਸਿਰਫ ਆਪਣੀ ਗੈਜਟ ਤੱਕ ਹੀ ਸੀਮਤ ਰੱਖਦੇ ਹਾਂ। ਸਾਨੂੰ ਸ਼ਾਇਦ ਇਹ ਵੀ ਸਮਾਂ ਨਹੀਂ ਮਿਲਦਾ ਕਿ ਅਸੀਂ ਇਹ ਗੌਰ ਕਰ ਸਕੀਏ ਕਿ ਸਾਡੇ ਬੱਚੇ ਜਿਹੜੇ ਆ ਉਹ ਕਿੰਨੇ ਕੁ ਸੇਫ ਨੇ। ਸ਼ਾਇਦ ਕਦੀ ਕਦੀ ਅਸੀਂ ਇਸ ਵਿਚਾਰਧਾਰਾ 'ਚ ਰਹਿੰਦੇ ਹਾਂ ਕਿ ਜੇ ਦਰਵਾਜ਼ਾ ਬੰਦ ਹੈ, ਅਸੀਂ ਘਰ ਬੈਠੇ ਹਾਂ, ਬੱਚੇ ਵੀ ਘਰੇ ਨੇ, ਅਤੇ ਸਾਡੇ ਬੱਚੇ, ਮੇਰੇ ਬੱਚੇ, ਉਹਨਾਂ ਦੀ ਕੋਈ ਸੇਫਟੀ ਨੂੰ ਇਸ਼ੂ ਨਹੀਂ ਹੈ। ਇਹਦੇ ਉੱਤੇ ਕੁਛ ਕਰਨੀਆਂ ਕਠੋਰ ਗੱਲਾਂ ਹੋਣਗੀਆਂ। ਸਾਡੇ ਨਾਲ ਤੁਸੀਂ ਸਟੂਡੀਓ ਦੇ ਵਿੱਚ ਕੋਈ ਵੀ ਕਾਲ ਕਰਕੇ ਆਪਣੇ ਵਿਚਾਰ ਇਹਦੇ ਉੱਤੇ ਦੇ ਸਕਦੇ ਹੋ, ਆਪਣਾ ਐਕਸਪੀਰੀਅੰਸ ਦੱਸ ਸਕਦੇ ਹੋ, ਸੁਝਾਅ ਦੇ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 416 620 1778 416 620 1778 ਅਤੇ ਤੁਹਾਡੀਆਂ ਕਾਲ ਜਿਹੜੀਆਂ ਨੇ ਕੋਸ਼ਿਸ਼ ਕਰਾਂਗੇ ਕਿ ਔਨ 에ਅਰ ਕੀਤੀਆਂ ਜਾਣ। ਇੰਟਰਨੈਟ ਐਡਿਕਸ਼ਨ, ਇੰਟਰਨੈਟ ਇੱਕ ਬਹੁਤ ਅਹਿਮ ਔਰ ਜ਼ਰੂਰੀ ਇੱਕ ਸੁਵਿਧਾ ਹੈ। ਉਹਦੇ ਬਿਨਾਂ ਅੱਜ ਦੀ ਲਾਈਫ ਜਿਹੜੀ ਆ ਚੱਲ ਨਹੀਂ ਸਕਦੀ। ਚਾਹੇ ਉਹ ਜਹਾਜ਼ ਉਡਾਉਣੇ ਹੋਣ, ਚਾਹੇ ਉਹ ਰੇਲ ਗੱਡੀਆਂ ਹੋਣ, ਚਾਹੇ ਸਾਡੀਆਂ ਕਾਰਾਂ ਨੇ, ਹਰ ਇੱਕ ਚੀਜ਼ ਜਿਹੜੀ ਆ, ਸਾਡੀ ਲਾਈਫ ਜਿਹੜੀ ਆ ਉਹ ਇੰਟਰਨੈਟ 'ਤੇ ਬੇਸ ਹੈ ਔਰ ਇੱਕ ਬਹੁਤ ਅੱਛੀ ਸੁਵਿਧਾ। ਇਸੇ ਕਰਕੇ ਹੀ ਇੰਟਰਨੈਟ ਜਿਹੜੀ ਆ, ਐਡਿਕਸ਼ਨ ਜਿਹੜੀ ਆ, ਉਹਨੂੰ ਹਟਾਉਣਾ ਬਹੁਤ ਵੱਡਾ ਚੈਲੰਜ ਹੈ। ਚਾਹੇ ਉਹ ਸਾਈਕੋਲੋਜਿਸਟ ਹੋਣ, ਚਾਹੇ ਉਹ ਮੈਂਟਲ ਹੈਲਥ ਦੇ ਐਕਸਪਰਟਸ ਹੋਣ ਔਰ ਚਾਹੇ ਕਾਉਂਸਲਰਸ ਹੋਣ। ਉਹਦਾ ਰੀਜ਼ਨ ਇਹ ਹੈ ਕਿ ਤੁਸੀਂ ਇੰਟਰਨੈਟ ਬੰਦ ਕਰਕੇ ਲਾਈਫ ਨਹੀਂ ਚਲਾ ਸਕਦੇ ਅੱਜ ਦੇ ਦਿਨ 'ਚ। ਕੀ ਪਛਾਣ ਹੈ ਕਿ ਅਸੀਂ ਇੰਟਰਨੈਟ ਦੇ ਐਡਿਕਟ ਹੋ ਚੁੱਕੇ ਹਾਂ। ਅਮਰੀਕਾ ਦੀਆਂ, ਹੋਰ ਵਰਲਡ ਦੀਆਂ ਜਿਹੜੀਆਂ ਮੈਂਟਲ ਹੈਲਥ ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਇਸ ਐਡਿਕਸ਼ਨ ਨੂੰ ਓਨਾ ਹੀ ਘਾਤਕ ਦੱਸਿਆ ਜਿੰਨਾ ਕਿ ਸਬਸਟੈਂਸ ਐਡਿਕਸ਼ਨ ਹੈ। ਕੋਈ ਡਰੱਗ ਦੇ ਐਡਿਕਟ ਹੈ, ਉਹਨੂੰ ਜੋ ਅਸਰ ਹੋ ਰਿਹਾ ਹੈ ਔਰ ਜੋ ਇੰਟਰਨੈਟ 'ਤੇ ਐਡਿਕਟ ਹੈ, ਉਹਨਾਂ ਦਾ ਅਸਰ ਸੇਮ ਹੈ। ਲੇਟੈਸਟ ਡੇਟੇ ਔਰ ਡਾਟਾ ਜਿਹੜਾ ਆ ਉਹ ਇਹ ਦਿਖਦਾ ਕਿ ਤਕਰੀਬਨ 38% ਜਿਹੜੀ ਪਾਪੂਲੇਸ਼ਨ ਹੈ ਉਹ ਬੁਰੀ ਤਰ੍ਹਾਂ ਨਾਰਥ ਅਮਰੀਕਾ 'ਚ ਜਿਹੜੀ ਆ ਉਹ ਇੰਟਰਨੈਟ ਐਡਿਕਟ ਹੋ ਚੁੱਕੀ ਹੈ। ਹਰ ਆਦਮੀ ਇੰਨਾ ਕੁ ਐਡਿਕਟ ਹੈ ਕਿ ਸੁੱਤੇ ਉੱਠਦਿਆਂ ਅੱਖ ਬਾਅਦ 'ਚ ਖੁੱਲ੍ਹਦੀ ਹੈ ਅਤੇ ਸਭ ਤੋਂ ਪਹਿਲਾਂ ਜਿਹੜਾ ਤੁਹਾਡੀ ਦਿਮਾਗ ਦੇ ਵਿੱਚ ਸਬਕੌਨਸ਼ੀਅਸ ਥਾਟ ਆਉਂਦਾ ਹੈ ਉਹ ਹੈ ਕਿ ਤੁਹਾਡਾ ਫੋਨ ਕਿੱਥੇ ਹੈ। ਅਕਸਰ ਜਿਹੜਾ ਆ ਅਗੇਂਸਟ ਹੈਲਥ ਇੰਸਟਰਕਸ਼ਨਸ ਸਾਡੇ ਫੋਨ ਜਿਹੜੇ ਆ ਸਾਡੇ ਸਿਰਹਾਣੇ ਹੁੰਦੇ ਆ। ਬਹੁਤ ਸਾਰੇ ਲੋਕ ਤਾਂ ਜਦੋਂ ਰਾਤ ਨੂੰ ਵੀ 1 ਮਿੰਟ ਅੱਖ ਖੁੱਲ੍ਹਦੀ ਹੈ ਉਦੋਂ ਵੀ ਉਹ ਸਭ ਤੋਂ ਪਹਿਲਾਂ ਫੋਨ ਫੜਦੇ ਆ ਔਰ ਉਹਦੇ ਬਾਅਦ ਸੇਮ ਕਾਰਵਾਈ ਜਿਹੜੀ ਆ ਉਹਨਾਂ ਦਾ ਬ੍ਰੇਨ ਜਿਹੜਾ ਆ ਉਸੇ ਤਰ੍ਹਾਂ ਚੱਲਣ ਲੱਗ ਪੈਂਦਾ ਜਿਵੇਂ ਉਹ ਦਿਨੇ ਚੱਲਦਾ। ਵਜ੍ਹਾ ਕੀ ਹੈ? ਕਿਉਂ ਅੱਜ ਦੇ ਦਿਨ 'ਚ ਅਗਰੈਸ਼ਨ, ਐਂਗਜ਼ਾਇਟੀ, ਡਿਪਰੈਸ਼ਨ ਅਤੇ ਸਭ ਤੋਂ ਵੱਡੀ ਚੀਜ਼ ਕੰਸਨਟ੍ਰੇਸ਼ਨ, ਉਹ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ। ਕਿਉਂਕਿ ਇੰਟਰਨੈਟ ਸਾਨੂੰ ਜਦੋਂ ਅਸੀਂ ਐਡਿਕਟ ਹੋ ਚੁੱਕੇ ਹਾਂ, ਅਸੀਂ ਆਪਣੀ ਜੋ ਜ਼ਰੂਰਤ ਹੈ ਉਹਦੇ ਨਾਲੋਂ ਜ਼ਿਆਦਾ ਟਾਈਮ ਜਿਹੜਾ ਆ ਉਹ ਇੰਟਰਨੈਟ 'ਤੇ ਬੈਠੇ ਰਹਿੰਦੇ ਹਾਂ। ਕਿਉਂਕਿ ਜਿੰਨੀ ਵਾਰੀ ਵੀ ਅਸੀਂ ਇੰਟਰਨੈਟ ਦੀ ਕੋਈ ਵੀ ਚੀਜ਼ ਨੂੰ ਹੱਥ ਲਾਉਂਦੇ ਹਾਂ, ਚਾਹੇ ਫੇਸਬੁੱਕ ਹੋਏ, ਚਾਹੇ ਉਹ ਸਨੈਪਚੈਟ ਹੈ, ਚਾਹੇ ਉਹ ਵਟਸਐਪ ਹੈ, ਕੋਈ ਵੀ ਚੀਜ਼ ਹੈ, ਉਹ ਸਾਨੂੰ ਨਵੀਂ ਚੀਜ਼ ਦਿੰਦੀ ਹੈ। ਨਵੀਂ ਚੀਜ਼ ਵੇਖਣ ਦੀ ਸਾਨੂੰ ਜਿਹੜੀ ਆਦਤ ਪੈਂਦੀ ਹੈ, ਉਹਦੇ ਨਾਲ ਇਹ ਅਕਸਰ ਵੇਖਿਆ ਗਿਆ ਕਿ ਪਿਛਲੇ 7 ਸਾਲ ਤੋਂ ਖਾਸ ਤੌਰ 'ਤੇ ਬੱਚਿਆਂ ਦੇ ਵਿੱਚ ਕੰਸਨਟ੍ਰੇਸ਼ਨ, ਵੱਡਿਆਂ ਦੇ ਵਿੱਚ ਕੰਸਨਟ੍ਰੇਸ਼ਨ ਜਿਹੜੀ ਆ ਬਹੁਤ ਘੱਟ ਚੁੱਕੀ ਹੈ। ਅਸੀਂ ਕਿਤੇ ਵੀ ਕੋਈ ਵੀ ਸਬਜੈਕਟ ਜਿਹੜਾ ਆ ਉਹਦੀ ਗਹਿਰਾਈ ਵੱਲ ਜਾ ਨਹੀਂ ਸਕਦੇ ਕਿਉਂਕਿ ਅਸੀਂ ਸੁਪਰਫਿਸ਼ੀਅਲ ਚੀਜ਼ ਜਲਦੀ ਚੇਂਜ ਪਾਉਂਦੇ ਹਾਂ। ਹਰ ਵਾਰੀ ਅਸੀਂ ਉਂਗਲ ਲਾਉਂਦੇ ਹਾਂ, ਨਵੀਂ ਚੀਜ਼ ਸਾਨੂੰ ਜਿਹੜੀ ਆ ਉਹ ਵੇਖਣ ਨੂੰ ਮਿਲਦੀ ਹੈ, ਨਵਾਂ ਚੀਜ਼ ਕੋਈ ਪੜ੍ਹਨ ਨੂੰ ਮਿਲਦੀ ਹੈ। ਉਹ ਸਹੀ ਹੈ, ਉਹ ਗਲਤ ਹੈ, ਕਿਉਂਕਿ ਅਸੀਂ ਇੰਨੀ ਜਲਦੀ ਚੇਂਜ ਵੇਖਦੇ ਹਾਂ, ਅਸੀਂ ਇੰਨਾ ਘੱਟ ਟਾਈਮ ਉੱਤੇ ਲਾਉਂਦੇ ਹਾਂ, ਅਸੀਂ ਕੰਸਨਟਰੇਟ ਨਹੀਂ ਕਰ ਸਕਦੇ। ਸਾਨੂੰ ਭਲੇ ਬੁਰੇ ਦੀ, ਸਹੀ ਅਤੇ ਗਲਤ ਦੀ ਜਿਹੜੀ ਆ ਪਛਾਣ ਜਿਹੜੀ ਆ ਉਹ ਨਹੀਂ ਆਉਂਦੀ। ਬਹੁਤ ਸਾਰੇ ਅੱਜ ਦੇ ਜਿਹੜੀਆਂ ਪ੍ਰੋਬਲਮਸ ਨੇ, ਚਾਹੇ ਉਹ ਸੁਸਾਇਟੀ ਦੀਆਂ ਹੋਣ, ਚਾਹੇ ਉਹ ਕਮਿਊਨਲ ਹੋਣ, ਕਿਸੇ ਵੀ ਤਰ੍ਹਾਂ ਦੀਆਂ, ਉਹਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਇੰਟਰਨੈਟ ਐਡਿਕਟ ਹੋ ਚੁੱਕੇ ਹਾਂ। ਅਸੀਂ ਗਹਿਰਾਈ 'ਚ ਜੋ ਸਾਡੀ ਆਦਤ ਸੀਗੀ, ਜੇ ਅਸੀਂ ਸਾਰੇ ਝਾਤੀ ਮਾਰੀਏ
ਤੇ ਅੱਜ ਤੋਂ 5-7 ਸਾਲ ਪਹਿਲਾਂ ਸਾਡੀ ਆਦਤ ਸੀਗੀ ਕੋਈ ਵੀ ਚੀਜ਼ ਅਸੀਂ ਅਖਬਾਰ ਪੜ੍ਹਦੇ ਸੀਗੇ, ਕੋਈ ਵੀ ਚੀਜ਼ ਅਸੀਂ ਪੜ੍ਹਦੇ ਸੀਗੇ, ਲੰਮੇ ਆਰਟੀਕਲਸ ਪੜ੍ਹਦੇ ਸੀਗੇ, ਗਹਿਰਾਈ 'ਚ ਜਾਂਦੇ ਸੀਗੇ, ਕਿਤਾਬਾਂ ਪੜ੍ਹਦੇ ਸੀਗੇ, ਗਿਆਨ ਹਾਸਲ ਕਰਦੇ ਸੀਗੇ। ਅੱਜ ਦੇ ਦਿਨ 'ਚ ਸਾਨੂੰ ਇਸ ਐਡਿਕਸ਼ਨ ਕਰਕੇ ਕਿਸੇ ਵੀ ਚੀਜ਼ ਤੋਂ ਅਸੀਂ ਬੜੀ ਜਲਦੀ ਬੋਰ ਹੋ ਜਾਂਦੇ ਹਾਂ ਔਰ ਇਹਦੇ ਜਿਹੜੇ ਸਾਡੇ ਸਰੀਰ ਦੇ ਉੱਤੇ ਅਸਰ ਹੁੰਦੇ ਨੇ ਉਹ ਬਾਅਦ ਦੇ ਨੇ। ਸਾਈਕੋਲੋਜੀਕਲੀ ਜਿਹੜੇ ਅਸਰ ਜਿਹੜੇ ਆ ਉਹ ਵੇਖਣ ਨੂੰ ਆਏ ਨੇ, ਕਿਉਂਕਿ ਐਡੀ ਛੇਤੀ ਸਾਨੂੰ ਨਵੀਂ ਚੀਜ਼ ਮਿਲਦੀ ਆ, ਇੰਨੀ ਛੇਤੀ ਸਾਨੂੰ ਉਹ ਰਿਵਾਰਡ ਮਿਲਦਾ। ਤੁਸੀਂ ਕੋਈ ਚੀਜ਼ ਪਾਉਂਦੇ ਹੋ, ਤੁਹਾਡੇ ਲਾਈਕ ਆਉਂਦਾ, ਕੋਈ ਕਮੈਂਟ ਆਉਂਦਾ, ਤੁਹਾਨੂੰ ਇੱਕ ਰਿਵਾਰਡ ਮਿਲਦਾ ਰਹਿੰਦਾ। ਸੋ ਤੁਹਾਡੀ ਐਡਿਕਸ਼ਨ ਜਿਹੜੀ ਆ ਉਹ ਵਧੀ ਜਾਂਦੀ ਆ। ਤੁਸੀਂ ਬਾਰ-ਬਾਰ ਉਸ ਚੀਜ਼ ਵੱਲ ਜਾਂਦੇ ਹੋ ਕਿਉਂਕਿ ਹਰ ਵਾਰੀ ਨਵੀਂ ਚੀਜ਼ ਮਿਲਦੀ ਆ, ਹਰ ਵਾਰੀ ਨਵਾਂ ਇੱਕ ਲਾਈਕ ਮਿਲਦਾ, ਹਰ ਵਾਰੀ ਇੱਕ ਨਵਾਂ ਕਮੈਂਟ ਮਿਲਦਾ, ਹਰ ਵਾਰੀ ਕੋਈ ਡਿਸਕਸ਼ਨ ਮਿਲਦੀ ਹੈ। ਸੋ ਤੁਸੀਂ ਆਟੋਮੈਟਿਕਲੀ ਉਸ ਇੱਕ ਸਾਈਕਲ ਦੇ ਵਿੱਚ ਵੜੀ ਜਾਂਦੇ ਹੋ ਜਿਹਦੇ 'ਚੋਂ ਨਿਕਲਣਾ ਬਹੁਤ ਮੁਸ਼ਕਿਲ ਹੈ। ਬਹੁਤ ਚੰਗੀ ਚੀਜ਼ ਹੈ, ਸੋਸ਼ਲ ਮੀਡੀਆ ਨੇ ਸਾਨੂੰ ਬਹੁਤ ਚੰਗੀ ਤਰ੍ਹਾਂ ਜੋੜਿਆ, ਮਗਰ ਜੇ ਤੁਸੀਂ ਆਪਣਾ ਸਕਰੀਨ ਟਾਈਮ ਜਿਹੜਾ ਆ ਉਹ ਜਦੋਂ ਤੁਹਾਨੂੰ ਜ਼ਰੂਰਤ ਹੈ ਉੱਥੇ ਰੱਖਦੇ ਹੋ, ਜੇ ਤੁਸੀਂ ਕਿਸੇ ਟਾਈਮ ਲਈ, ਕਿਸੇ ਪਰਪਸ ਲਈ, ਕੋਈ ਪੋਸਟ ਲਈ ਉੱਥੇ ਆਏ ਹੋ, ਜੇ ਤੁਸੀਂ ਆਪਣੇ ਆਪ ਨੂੰ ਉੱਥੋਂ ਤੱਕ ਲਿਮਿਟ ਰੱਖਦੇ ਹੋ ਔਰ ਬਾਰ-ਬਾਰ ਜਿਹੜਾ ਆ ਫੋਨ ਦੇ ਨਾਲ ਬੱਝੇ ਨਹੀਂ ਹੋ ਔਰ ਤੁਸੀਂ ਹੋਰ ਐਕਟੀਵਿਟੀ ਜਿਹੜੀ ਆ ਲਾਈਫ ਦੀ ਉਹ ਕਰ ਸਕਦੇ ਹੋ ਬਿਨਾਂ ਆਪਣਾ ਟਾਈਮ ਗਵਾਇਆ, ਤੇ ਤੁਸੀਂ ਬਹੁਤ ਵਧੀਆ ਇਸਤੇਮਾਲ ਕਰ ਰਹੇ ਹੋ ਇੰਟਰਨੈਟ ਨੂੰ ਔਰ ਸੋਸ਼ਲ ਮੀਡੀਆ ਨੂੰ, ਹਰ ਇੱਕ ਚੀਜ਼ ਨੂੰ। ਮਗਰ ਇਸ਼ੂ ਉੱਥੇ ਆਉਂਦਾ ਜਦੋਂ ਬੱਚੇ ਜਿਹੜੇ ਆ ਉਹ ਕੋਈ ਲੰਮਾ ਲੈਕਚਰ ਹੈ ਯੂਨੀਵਰਸਿਟੀਜ਼ ਦੇ ਵਿੱਚ ਉਹਨੂੰ ਕੰਸਨਟਰੇਟ ਕਰਕੇ ਸੁਣ ਨਹੀਂ ਸਕਦੇ ਕਿਉਂਕਿ 1 ਘੰਟਾ ਉਹਨਾਂ ਨੂੰ ਸੁਣਨ ਦੀ ਆਦਤ ਨਹੀਂ ਰਹੀ। ਮਾਂ-ਬਾਪ ਉਹਨਾਂ ਨੂੰ ਕੋਈ ਚੀਜ਼ ਦੱਸਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀ ਕੰਸਨਟਰੇਸ਼ਨ ਜਿਹੜੀ ਆ ਉਹ ਇੰਨੀ ਘੱਟ ਚੁੱਕੀ ਹੈ ਕਿਉਂਕਿ ਉਹਨਾਂ ਨੂੰ ਹਰ ਵਾਰੀ ਨਵੀਂ ਚੀਜ਼ ਚਾਹੀਦੀ ਹੈ। ਸੇਮ ਚੀਜ਼ ਉਹ ਦੁਬਾਰਾ ਨਹੀਂ ਸੁਣ ਸਕਦੇ ਕਿਉਂਕਿ ਇੰਟਰਨੈਟ ਉਹਨਾਂ ਨੂੰ ਨਵੀਂ ਵੈਰਾਈਟੀ ਦਿੰਦਾ, ਚਾਹੇ ਉਹ ਗੇਮ ਹੋਏ, ਚਾਹੇ ਉਹ ਕੋਈ ਚੀਜ਼ ਉਹਨਾਂ ਨੇ ਸਰਚ ਕਰਨੀ ਹੈ। ਇਸ ਕਰਕੇ ਜਿਹੜੇ ਸਾਈਕੋਲੋਜਿਸਟ ਨੇ ਉਹਨਾਂ ਨੇ ਇੱਕ ਪੈਟਰਨ ਜ਼ਰੂਰ ਲੱਭਿਆ, ਉਹ ਸ਼ਾਇਦ ਅਸੀਂ ਅੰਦਰ ਆਪਣੇ ਝਾਤੀ ਮਾਰੀਏ ਤੇ ਉਹਦੇ ਵਿੱਚ ਮੈਂ ਵੀ ਸ਼ਾਇਦ ਸ਼ਿਕਾਰ ਹੋਵਾਂ, ਤੁਸੀਂ ਵੀ ਸ਼ਾਇਦ ਸ਼ਿਕਾਰ ਹੋ ਔਰ ਡੈਫੀਨੇਟਲੀ ਤੁਹਾਡੇ ਬੱਚੇ ਜਿਹੜੇ ਆ ਕਿਤੇ ਨਾ ਕਿਤੇ ਸ਼ਿਕਾਰ ਨੇ। ਸਿੰਪਟਮਸ ਕੀ ਨੇ ਉਹ ਦੱਸਦੇ ਨੇ ਕਿਉਂਕਿ ਹਰ ਵਾਰੀ ਨਵੀਂ ਚੀਜ਼ ਮਿਲਦੀ ਹੈ, ਹਰ ਵਾਰੀ ਨਵੀਂ ਚੀਜ਼ ਅਸੀਂ ਲੱਭ ਸਕਦੇ ਹਾਂ। ਇਸ ਕਰਕੇ ਸਾਡਾ ਜਿਹੜਾ ਆ ਕਿਸੇ ਵੀ ਚੀਜ਼ ਦੇ ਉੱਤੇ ਉਹ ਤੋਂ ਬੋਰ ਹੋਣਾ ਸੁਭਾਵਕ ਹੈ। ਨਾਲ ਹੀ ਹਰ ਵਾਰੀ ਅਸੀਂ ਕੋਈ ਵੀ ਚੀਜ਼ ਉੱਥੇ ਆਨਲਾਈਨ ਖਰੀਦਦੇ ਹਾਂ, ਇੰਨੀਆਂ ਆਪਸ਼ਨਸ ਮਿਲਦੀਆਂ ਨੇ ਕਿ ਖਰੀਦਣ ਤੋਂ ਬਾਅਦ ਤੁਹਾਨੂੰ ਹਰ ਵਾਰੀ ਇਹ ਫੀਲ ਹੁੰਦਾ ਕਿ ਸ਼ਾਇਦ ਤੁਸੀਂ ਇਹ ਗਲਤ ਕੀਤਾ, ਤੁਹਾਡੇ ਕੋਲ ਬੈਟਰ ਆਪਸ਼ਨ ਸੀਗੀ, ਤੁਸੀਂ ਮਹਿੰਗੀ ਚੀਜ਼ ਲੈ ਲਈ। ਬਹੁਤ ਚੰਗਾ ਟਾਈਮ ਬਚਦਾ ਜੇ ਤੁਸੀਂ ਆਨਲਾਈਨ ਸ਼ਾਪਿੰਗ ਕਰਦੇ ਹੋ, ਮਗਰ ਐਡਿਕਸ਼ਨ ਕਿੱਥੇ ਸ਼ੁਰੂ ਹੁੰਦੀ ਹੈ? ਇਹ ਵੇਖਣ ਨੂੰ ਆਇਆ ਕਿ ਹੌਲੀ-ਹੌਲੀ ਸਮਾਜ ਦੇ ਵਿੱਚ ਤੇ ਅੱਜ ਦੇ ਜਿਹੜੇ ਬੱਚੇ ਹੈ ਉਹ ਇੰਪਲਸਿਵ ਡਿਸੀਜਨ ਬਣਾ ਰਹੇ ਨੇ, ਉਹ ਸਟੇਬਲ ਡਿਸੀਜਨ ਨਹੀਂ ਬਣਾ ਰਹੇ ਔਰ ਉਹ ਸੈਲਫ ਡਾਊਟ ਵਿੱਚ ਜਾਈ ਜਾ ਰਹੇ ਨੇ। ਉਹਨਾਂ ਨੂੰ ਡਿਸੀਜਨ ਮੇਕਿੰਗ ਜਿਹੜੀ ਆ ਬਹੁਤ ਡਿਫਿਕਲਟ ਹੋ ਰਹੀ ਹੈ, ਚਾਹੇ ਉਹਨਾਂ ਨੇ ਆਪਣੇ ਰਿਲੇਸ਼ਨਸ਼ਿਪ ਬਣਾਉਣੇ ਹੋਣ, ਚਾਹੇ ਉਹਨਾਂ ਨੇ ਕੋਈ ਹੋਰ ਚੀਜ਼ ਬਣਾਉਣੀ ਹੋਵੇ, ਬਿਕੋਜ਼ ਉਹਨਾਂ ਨੂੰ ਹਮੇਸ਼ਾ ਲੱਗਦਾ ਹੈ ਕਿ ਸ਼ਾਇਦ ਮੈਂ ਦੂਸਰੀ ਸਾਈਡ ਸਰਚ ਕਰਦਾ ਤੇ ਉਹ ਬੈਟਰ ਹੁੰਦੀ। ਇਹ ਚੀਜ਼ ਜਿਹੜੀ ਆ ਇਹ ਲਗਾਤਾਰ ਡਿਸੀਜਨ ਮੇਕਿੰਗ ਜਿਹੜੀ ਆ ਸਾਡੇ ਬੱਚਿਆਂ ਦੀ, ਸਾਡੀ ਸਾਰਿਆਂ ਦੀ ਵੀ, ਉਹਦੇ 'ਤੇ ਇੰਪੈਕਟ ਕਰ ਰਿਹਾ। ਲਗਾਤਾਰ ਸਾਨੂੰ ਇਹ ਸੋਚ ਆਉਂਦੀ ਹੈ ਕਿ ਸ਼ਾਇਦ ਮੈਂ ਕੋਈ ਵੀ ਚੀਜ਼ ਤੁਸੀਂ ਲੈਂਦੇ ਹੋ ਤੁਹਾਨੂੰ ਸੈਟਿਸਫੈਕਸ਼ਨ ਨਹੀਂ ਹੁੰਦੀ। ਇਹ ਤੁਹਾਡੀ ਇੱਕ ਨੇਚਰ ਬਣੀ ਜਾ ਰਹੀ ਹੈ। ਦੂਸਰੀ ਚੀਜ਼, ਕਿਉਂਕਿ ਇਹ ਵਰਚੁਅਲ ਵਰਲਡ ਹੈ, ਉਹਦੇ ਵਿੱਚ ਫੇਕ ਚੀਜ਼ਾਂ ਵੀ ਵਿਕ ਰਹੀਆਂ ਨੇ, ਉਹਦੇ 'ਚ ਅਸਲੀ ਚੀਜ਼ਾਂ ਵੀ ਵਿਕ ਰਹੀਆਂ ਨੇ। ਇਸ ਕਰਕੇ ਨਕਲੀ ਤੇ ਅਸਲੀ ਨੂੰ ਪਛਾਣਨ ਦੀ ਜਿਹੜੀ ਸਾਡੀ ਕੈਪੇਬਿਲਿਟੀ ਆ ਉਹ ਬਹੁਤ ਘਟੀ ਜਾ ਰਹੀ ਹੈ। ਔਰ ਉਹ ਸਾਈਕੋਲੋਜਿਸਟ ਇਹ ਦੱਸਦੇ ਨੇ ਕਿ ਜੇ ਉਹ ਸਿਰਫ ਵਰਚੁਅਲ ਵਰਲਡ ਤੱਕ ਨਹੀਂ ਰਹਿੰਦਾ, ਆਮ ਇਨਸਾਨ ਵੀ ਜਿਹੜਾ ਅੱਜ ਦਾ ਬੱਚਾ ਸਹੀ ਔਰ ਬੁਰਾ ਪਛਾਣਨ ਵਿੱਚ ਬਹੁਤ ਅਸਮਰਥ ਨਹੀਂ ਹੈ, ਉਹ ਸਮਰਥਕ ਨਹੀਂ ਹੈ, ਉਹਦੇ 'ਚ ਉਹ ਸਮਰਥਾ ਨਹੀਂ ਹੈ ਜੋ ਸਾਡੇ 'ਚ ਸ਼ਾਇਦ ਉਸ ਏਜ ਵਿੱਚ ਸੀਗੀ ਜਿੱਥੇ ਅਸੀਂ ਚੰਗਾ ਬੁਰਾ ਜਲਦੀ ਪਛਾਣ ਲੈਂਦੇ ਸੀਗੇ, ਕਿਉਂਕਿ ਉਹਨਾਂ ਨੂੰ ਡਿਫਰੈਂਸ਼ੀਏਟ ਕਰਨਾ ਨਹੀਂ ਆ ਰਿਹਾ ਕਿ ਨਕਲੀ ਕੀ ਹੈ, ਅਸਲੀ ਕੀ ਹੈ। ਇਹ ਵੀ ਇੰਟਰਨੈਟ ਦੀ ਦੇਣ ਹੈ, ਓਵਰ ਯੂਜ਼ ਦੀ ਦੇਣ ਹੈ, ਐਡਿਕਸ਼ਨ ਦੀ ਦੇਣ ਹੈ। ਨਾਲ ਹੀ ਕਿਉਂਕਿ ਅਸੀਂ ਇੰਨਾ ਸਰਚ ਕਰਦੇ ਹਾਂ, ਇੰਨਾ ਕੁਛ ਅਸੀਂ ਵੇਖਦੇ ਹਾਂ, ਜੇ ਇਸ ਚੀਜ਼ ਦਾ ਸਾਡਾ ਕੋਈ ਲੈਣਾ ਨਹੀਂ ਹੁੰਦਾ, ਕੋਈ ਦੇਣਾ ਨਹੀਂ ਹੈ, ਅਸੀਂ ਉਸ ਚੀਜ਼ ਦੀ ਵੀ ਸਟ੍ਰੈਸ ਜਿਹੜੀ ਆ ਲੈਣੀ ਸ਼ੁਰੂ ਕਰ ਦਿੰਦੇ ਹਾਂ। ਜਦੋਂ ਅਸੀਂ ਇੰਟਰਨੈਟ 'ਤੇ ਵੇਖਦੇ ਹਾਂ ਕਿੰਨੀਆਂ ਖਬਰਾਂ ਜਿਹੜੀਆਂ ਨੇ ਉਹ ਨੈਗੇਟਿਵ ਨੇ, ਜੈਸੀ ਤੁਸੀਂ ਸਰਚ ਸ਼ੁਰੂ ਕਰਦੇ ਹੋ ਉਵੇਂ ਦੇ ਤੁਹਾਨੂੰ ਇੰਟਰਨੈਟ ਚੀਜ਼ਾਂ ਫੀਡ ਕਰਨੀਆਂ ਸ਼ੁਰੂ ਕਰ ਦਿੰਦਾ। ਉਹਦੇ ਨਾਲ
ਐਂਗਜ਼ਾਇਟੀ ਡਿਪਰੈਸ਼ਨ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜਾ ਉਹ ਵਧਿਆ ਹੋਇਆ ਹੈ, ਕਿਉਂਕਿ ਅਸੀਂ ਲਾਗੇ ਬੈਠੇ ਇਨਸਾਨ ਦੇ ਨਾਲ ਵਰਬਲੀ ਗੱਲ ਨਹੀਂ ਕਰਦੇ, ਅਸੀਂ ਕਮਿਊਨੀਕੇਸ਼ਨ ਨਹੀਂ ਕਰ ਰਹੇ। ਅਤੇ ਜਿਹੜਾ ਅੱਜ ਦਾ ਬੱਚਾ ਆ ਉਹਨੂੰ ਗੱਲ ਬੋਲ ਕੇ ਕਹਿਣੀ ਬਹੁਤ ਔਖੀ ਹੈ। ਉਹਨਾਂ ਦਾ ਵਰਬਲ ਐਕਸਪ੍ਰੈਸ਼ਨ ਜਿਹੜਾ ਆ, ਕਮਿਊਨੀਕੇਸ਼ਨ ਜਿਹੜਾ ਆ, ਉਹ ਵੀ ਇੰਟਰਪਰਸਨਲ ਰਿਲੇਸ਼ਨਸ਼ਿਪ ਜਿਹੜੇ ਆ ਉਹਦੇ 'ਤੇ ਵੀ ਅਸਰ ਪੈ ਰਿਹਾ, ਸਾਡੇ 'ਤੇ ਵੀ ਅਸਰ ਪੈ ਰਿਹਾ, ਕਿਉਂਕਿ ਅਸੀਂ ਗੱਲ ਕਰਨ ਨਾਲੋਂ ਟੈਕਸਟ ਮੈਸੇਜ ਜਿਹੜਾ ਆ ਉਹ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਔਰ ਇਹ ਇੱਕ ਨੋਨ ਚੀਜ਼ ਹੈ, ਕਿਉਂਕਿ ਟੈਕਸਟ ਜਿਹੜਾ ਆ ਉਹਦੇ 'ਚ ਤੁਹਾਡੀ ਕੋਈ ਇਮੋਸ਼ਨਸ ਨਹੀਂ ਦਿਖਦੀਆਂ, ਉਹਦੇ ਵਿੱਚ ਤੁਹਾਡਾ ਕੰਟੈਕਸਟ ਨਹੀਂ ਦਿਖਦਾ। ਇਸ ਕਰਕੇ ਹੋਰ ਵੀ ਕਨਫਿਊਜ਼ਨ ਔਰ ਹੋਰ ਵੀ ਜਿਹੜੇ ਆ ਮਿਸਅੰਡਰਸਟੈਂਡਿੰਗ ਜਿਹੜੀਆਂ ਨੇ ਉਹ ਸਮਾਜ 'ਚ ਵੱਧ ਰਹੀਆਂ ਨੇ। ਜਿੱਥੇ ਲੋਕ ਗੱਲਬਾਤ ਕਰਨ ਵਿੱਚ ਵਿਸ਼ਵਾਸ ਰੱਖਦੇ ਸੀਗੇ, ਉੱਥੇ ਅੱਜ ਲੋਕ ਟੈਕਸਟ ਕਰਨ 'ਚ ਵਿਸ਼ਵਾਸ ਰੱਖਦੇ ਆ। ਇਹ ਇੱਕ ਇੰਟਰਨੈਟ ਐਡਿਕਸ਼ਨ ਦਾ ਬਹੁਤ ਵੱਡਾ ਨੁਕਸਾਨ ਹੈ। ਔਰ ਸਾਈਕੋਲੋਜਿਸਟ ਜਿਹੜੇ ਨੇ, ਸਪੀਚ ਥੈਰੇਪਿਸਟ ਜਿਹੜੇ ਨੇ, ਉਹਨਾਂ ਨੇ ਇੱਥੋਂ ਤੱਕ ਕਹਿਤਾ ਹੈ ਕਿ ਜੇ ਇਵੇਂ ਹੀ ਚੱਲਦਾ ਰਿਹਾ ਤੇ ਅੱਜ ਤੋਂ 17 ਸਾਲ ਬਾਅਦ ਜਿਹੜੇ ਬੱਚੇ ਪੈਦਾ ਹੋਣਗੇ, ਉਹਨਾਂ ਦੇ ਬਹੁਤ ਸਾਰੇ ਬੱਚੇ ਜਿਹੜੇ ਆ ਉਹਨਾਂ ਨੂੰ ਔਟਿਜ਼ਮ ਹੋਏਗਾ, ਉਹਨਾਂ ਨੂੰ ਸਪੀਚ ਉਹਨਾਂ ਦੀ, ਕਿਉਂਕਿ ਉਹਨਾਂ ਦਾ ਕਮਿਊਨੀਕੇਸ਼ਨ ਜਿਹੜਾ ਆ ਉਹ ਡਿਵੈਲਪ ਨਹੀਂ ਹੋਣਾ, ਉਹਨਾਂ ਦੇ DNA ਵਿੱਚ ਐਸੀਆਂ ਚੀਜ਼ਾਂ ਆਉਣਗੀਆਂ, ਉਹਨਾਂ ਨੇ ਆਪਣੀ ਫੈਮਿਲੀ ਨੂੰ ਨਹੀਂ ਗੱਲ ਕਰਦਿਆਂ ਕਦੀ ਵੇਖਣਾ। ਇਸ ਕਰਕੇ ਜਿਹੜਾ ਇੱਕ ਵਰਬਲ ਕਮਿਊਨੀਕੇਸ਼ਨ ਹੈ, ਇਹ ਸਾਡੀ ਸੁਸਾਇਟੀ 'ਚੋਂ, ਸਾਡੀ ਦੁਨੀਆ 'ਚੋਂ, ਇੱਕ ਇਨਸਾਨਾਂ ਦੇ ਵਿੱਚੋਂ ਜਿਹੜਾ ਮੇਨ ਸਾਡਾ ਇੱਕ ਐਕਸਪ੍ਰੈਸ਼ਨ ਕਮਿਊਨੀਕੇਸ਼ਨ ਜਿਹੜੀ ਇੱਕ ਵੱਡਾ ਸਕਿੱਲ ਆ, ਉਹ ਵੀ ਡਿਮਿਨਿਸ਼ ਖਤਮ ਹੁੰਦਾ ਜਿਹੜਾ ਆ ਉਹ ਨਜ਼ਰ ਆ ਰਿਹਾ। ਔਰ ਜੇ ਸਕੇਲ ਦੇ ਨਾਲ ਇਸ ਵੇਲੇ ਇੰਟਰਨੈਟ ਐਡਿਕਸ਼ਨ ਕਰਕੇ ਸਾਡਾ ਕਮਿਊਨੀਕੇਸ਼ਨ ਜਿਹੜਾ ਆ ਉਹ ਘਟੀ ਜਾ ਰਿਹਾ, ਜਿੰਨਾ ਅਸੀਂ ਟਾਈਮ ਆਪਣੀ ਸੈਲਫ ਇੰਪਰੂਵਮੈਂਟ 'ਤੇ ਲਾਉਣਾ ਸੀਗਾ, ਅਸੀਂ ਉਹ ਇੰਟਰਨੈਟ ਉੱਤੇ ਵੇਸਟ ਕਰ ਰਹੇ ਹਾਂ। ਇਸ ਕਰਕੇ ਅੱਜ ਦੇ ਬੱਚੇ ਔਰ ਬਹੁਤ ਸਾਰੇ ਸਾਡੇ 'ਚੋਂ ਵੀ ਲੋਕ ਜਿਹੜੇ ਆ ਉਹ ਕੋਈ ਨਵੀਆਂ ਹੌਬੀਜ਼ ਡਿਵੈਲਪ ਨਹੀਂ ਕਰ ਰਹੇ, ਕਿਉਂਕਿ ਜੇ ਉਹਨਾਂ ਨੇ ਫੋਟੋਗ੍ਰਾਫੀ ਕਰਨੀ ਹੈ ਉਹਨਾਂ ਨੂੰ ਬਾਹਰ ਜਾਣਾ ਪੈਂਦਾ। ਔਰ ਬੱਚੇ ਜਿਹੜੇ ਆ ਆਪਣੇ ਆਪ ਨੂੰ ਇਸ ਤਰੀਕੇ ਨਾਲ ਲਿਮਿਟ ਕਰਦੇ ਨੇ ਕਿ ਉਹ ਉਸ ਘਰ 'ਚ ਵੀ ਨਹੀਂ ਜਾਂਦੇ ਜਿੱਥੇ ਵਾਈਫਾਈ ਨਹੀਂ ਹੋਏਗਾ, ਉਸ ਹੋਟਲ 'ਚ ਨਹੀਂ ਜਾਂਦੇ ਜਿੱਥੇ ਵਾਈਫਾਈ ਨਹੀਂ ਹੋਏਗਾ, ਉਸ ਜਗ੍ਹਾ ਨਹੀਂ ਜਾਂਦੇ ਜਿੱਥੇ ਇੰਟਰਨੈਟ ਕਵਰੇਜ ਨਹੀਂ ਹੋਏਗੀ। ਇੰਨੀ ਜ਼ਿਆਦਾ ਗੁਲਾਮੀ ਜਿਹੜੀ ਆ ਉਹ ਬੱਚਿਆਂ ਦੇ ਉੱਤੇ ਆ ਚੁੱਕੀ ਹੈ। ਇਸ ਕਰਕੇ ਹਰ ਉਹਨਾਂ ਦਾ ਲਾਈਫ ਦਾ ਡਿਸੀਜ਼ਨ ਜਿਹੜਾ ਆ, ਵਕੇਸ਼ਨ ਤੋਂ ਲੈ ਕੇ ਰਹਿਣ ਤੱਕ, ਖਾਣ ਤੱਕ, ਰੈਸਟੋਰੈਂਟ ਸਿਲੈਕਟ ਕਰਨ ਤੱਕ, ਹਰ ਚੀਜ਼ ਜਿਹੜੀ ਹੈ ਉਹ ਇੱਕ ਐਡਿਕਸ਼ਨ ਹੈ, ਉਹ ਜ਼ਰੂਰਤ ਨਹੀਂ ਹੈ। ਔਰ ਇਹ ਖਤਰਾ ਜਿਹੜਾ ਆ ਇਹ ਬਹੁਤ ਵੱਡਾ ਬਣ ਚੁੱਕਿਆ, ਜਿਹਦੇ ਨਾਲ ਸਾਡਾ ਮਾਨਸਿਕ ਸੰਤੁਲਨ ਜਿਹੜਾ ਉਹਦੇ 'ਤੇ ਵੀ ਅਸਰ ਪੈ ਰਿਹਾ, ਸਾਡੀ ਕੰਸਨਟ੍ਰੇਸ਼ਨ 'ਤੇ ਅਸਰ ਪੈ ਰਿਹਾ। ਔਰ ਸਭ ਤੋਂ ਵੱਡੀ ਚੀਜ਼ ਕੀ ਹੈ, ਸਾਡੇ ਅੱਜ ਦਾ ਜਿਹੜੀ ਜਨਰੇਸ਼ਨ ਹੈ ਉਹਨਾਂ ਦੇ ਰਿਲੇਸ਼ਨਸ਼ਿਪ ਦੇ ਉੱਤੇ ਅਸਰ ਪੈ ਰਿਹਾ, ਕਿਉਂਕਿ ਉਹਨਾਂ ਲਈ ਚਾਹੇ ਉਹ ਔਨਲਾਈਨ ਸ਼ਾਪਿੰਗ ਹੈ, ਚਾਹੇ ਉਹ ਰਿਲੇਸ਼ਨਸ਼ਿਪ ਹੈ, ਉਹ ਓਨੀ ਹੀ ਤੇਜ਼ ਬਦਲਦਾ ਹੈ, ਓਨੀ ਹੀ ਦੇਰ ਉਹ ਚਲਦੀ, ਉਹ ਬੋਰ ਹੋ ਜਾਂਦੇ ਆ, ਕਿਉਂਕਿ ਉਹਨਾਂ ਨੂੰ ਕਿਸੇ ਵੀ ਚੀਜ਼ ਨੂੰ ਹੈਂਡਲ ਕਰਨ ਵਾਸਤੇ, ਉਹਨਾਂ ਉੱਤੇ ਟਾਈਮ ਲਾਉਣ ਵਾਸਤੇ ਉਹ ਪੇਸ਼ੈਂਸ ਜਿਹੜੀ ਆ ਉਹ ਰਹੀ ਨਹੀਂ। ਹੌਲੀ ਹੌਲੀ ਸਾਈਕੋਲੋਜੀਕਲੀ ਉਹ ਇੰਪੇਸ਼ੈਂਟ ਬਣਦੇ ਜਾ ਰਹੇ ਨੇ, ਹੌਲੀ ਹੌਲੀ ਉਹ ਬਹੁਤ ਐਂਗਜ਼ਾਇਟੀ ਦੇ ਸ਼ਿਕਾਰ ਬਣਦੇ ਜਾ ਰਹੇ ਨੇ, ਜਿਹਦੇ ਨਾਲ ਇਸ ਵੇਲੇ ਸਮਾਜ ਦੇ ਵਿੱਚ ਟੋਲਰੈਂਸ ਜਿਹੜੀ ਆ ਉਹ ਘਟ ਰਹੀ ਹੈ, ਪੇਸ਼ੈਂਸ ਘਟ ਰਹੀ ਹੈ। ਔਰ ਲਗਾਤਾਰ ਅਸੀਂ ਗੱਲ ਇਹ ਕਰਦੇ ਹਾਂ ਕਿ ਅੱਜ ਕੱਲ੍ਹ ਦੇ ਬੱਚੇ ਜਿਹੜੇ ਆ ਉਹ ਕਾਲੇ ਛੇਤੀ ਪੈ ਜਾਂਦੇ ਆ। ਅਸੀਂ ਵੀ ਬਹੁਤ ਜ਼ਿਆਦਾ ਜਿਹੜੇ ਲੋਕ ਐਡਿਕਟ ਨੇ, ਉਹਨਾਂ ਦੇ ਸੁਭਾਅ ਦੇ ਵਿੱਚ ਬਹੁਤ ਵੱਡੀਆਂ ਚੇਂਜਸ ਆਉਂਦੀਆਂ ਨੇ, ਉਹਨਾਂ ਦੇ ਸੁਭਾਅ 'ਚ ਗੁੱਸਾ ਆਉਂਦਾ ਹੈ, ਉਹਨਾਂ ਦੇ ਮੂਡ ਸਵਿੰਗ ਹੁੰਦੇ ਨੇ, ਉਹਨਾਂ ਦਾ ਅਗਰ ਇੱਥੋਂ ਤੱਕ ਕਿ ਇੰਟਰਨੈਟ ਨਾ ਅਗਰ 5 ਮਿੰਟ ਚੱਲ ਰਿਹਾ ਹੋਏ ਤਾਂ ਉਹ ਨਾਰਮਲ ਕੰਡਕਟ ਕਰਨਾ ਉਹਨਾਂ ਵਾਸਤੇ ਔਖਾ ਹੋ ਜਾਂਦਾ। ਇਸ ਕਰਕੇ ਸਾਰੇ ਦੇ ਸਾਰੇ ਜਿਹੜੇ ਰਿਸ਼ਤੇ ਨੇ ਉਹ ਅਸਲੀਅਤ ਤੋਂ ਪਰੇ ਜਾ ਕੇ ਇੱਕ ਦੀਵਾਰ ਨਾਲ, ਇੱਕ ਵਰਚੁਅਲ ਚੀਜ਼ ਨਾਲ ਜਿਹੜੀ ਕਿ ਸਾਹਮਣੇ ਐਗਜ਼ਿਸਟ ਨਹੀਂ ਕਰਦੀ ਸ਼ਾਇਦ, ਉਹਦੇ ਨਾਲ ਬਣਦੇ ਜਾ ਰਹੇ ਨੇ। ਔਰ ਆਮ ਜਿਹੜਾ ਟਾਈਮ ਇੱਕ ਕੁਆਲਿਟੀ ਟਾਈਮ ਸੀਗਾ ਪਰਿਵਾਰ ਦਾ, ਚਾਹੇ ਉਹ ਡਾਈਨਿੰਗ ਟੇਬਲ ਦੇ ਉੱਤੇ ਡਿਸਕਸ਼ਨ ਸੀਗੀ, ਪਰਿਵਾਰਾਂ ਦੇ ਵਿੱਚ ਜਿਹੜੀ ਵਿਜ਼ਡਮ ਅੱਗੇ ਪਾਸ ਹੁੰਦੀ ਸੀਗੀ ਕਿਸੇ ਡਾਈਨਿੰਗ ਟੇਬਲ ਦੇ ਉੱਤੇ ਜਾਂ ਘਰ ਦੇ ਵਿੱਚ ਬੈਠ ਕੇ, ਉਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਅੱਜ ਦੇ ਦਿਨ 'ਚ ਖਤਮ ਹੁੰਦੀਆਂ ਜਾ ਰਹੀਆਂ ਨੇ। ਇਸ ਕਰਕੇ ਇੰਨੀ ਫੇਕ ਇਨਫੋਰਮੇਸ਼ਨ ਜਿਹੜੀ ਆ ਉਹ ਵੀ ਅਵੇਲੇਬਲ ਹੈ ਕਿ ਬੱਚੇ ਜਿਹੜੇ ਆ ਉਹ ਬਹੁਤ ਜ਼ਿਆਦਾ ਇਸ ਚੀਜ਼ ਦੇ ਸ਼ਿਕਾਰ ਨੇ, ਖਾਸ ਤੌਰ 'ਤੇ ਇਹ ਜਨਰੇਸ਼ਨ, ਨਵੀਂ ਜਨਰੇਸ਼ਨ। ਔਰ ਬਹੁਤ ਵਾਰੀ ਉਹ ਇਹਦਾ ਨੁਕਸਾਨ ਵੀ ਲੈਂਦੇ ਨੇ, ਚਾਹੇ ਉਹ ਦਵਾਈ ਸਰਚ ਕਰਨੀ ਹੋਏ, ਚਾਹੇ ਉਹ ਕੋਈ ਆਪਣੀ ਪ੍ਰੋਬਲਮ ਸਰਚ ਕਰਨੀ ਹੋਏ, ਉਹ ਹਮੇਸ਼ਾ ਸਹਾਰਾ ਜਿਹੜਾ ਆ ਉਹ ਗੂਗਲ ਦਾ ਲੈਂਦੇ ਆ। ਇਹ ਐਡਿਕਸ਼ਨ ਹੈ,
ਬਜਾਏ ਕਿ ਆਪਣੇ ਮਾਂ ਜਾਂ ਬਾਪ ਜਾਂ ਕਿਸੇ ਦਾ ਹੋਰ ਸਿਆਣੇ ਦੀ ਸਲਾਹ ਲਈ ਜਾਏ, ਉਹ ਇਸ ਚੀਜ਼ 'ਚ ਵਿਸ਼ਵਾਸ ਰੱਖਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਉਹ ਆਦਤ ਪੈ ਚੁੱਕੀ ਹੈ ਕਿ ਹਰ ਚੀਜ਼ ਜਿਹੜੀ ਆ ਉਹਨਾਂ ਨੇ ਭੱਜ ਕੇ ਇੰਟਰਨੈਟ ਵੱਲ ਜਾਣਾ। ਉਹਦੇ ਕਰਕੇ ਉਹ ਬੜੀ ਵਾਰੀ ਗਲਤ ਫੈਸਲੇ ਵੀ ਲੈਂਦੇ ਨੇ, ਬਹੁਤ ਵਾਰੀ ਗਲਤ ਦਵਾਈਆਂ ਵੀ ਲੈ ਲੈਂਦੇ ਨੇ, ਔਰ ਬਹੁਤ ਵਾਰੀ ਗਲਤ ਐਸੀ ਚੀਜ਼ਾਂ ਵਿੱਚ ਵੀ ਚਲੇ ਜਾਂਦੇ ਨੇ ਜੋ ਕਿ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਇੰਟਰਨੈਟ ਐਡਿਕਸ਼ਨ ਦਾ ਇਹ ਜਿੰਨੀਆਂ ਵੀ ਚੀਜ਼ਾਂ ਆਈਆਂ ਉਹਦੇ ਨਾਲ ਬਹੁਤ ਸਾਰੇ ਲੋਕਾਂ ਨੇ ਇਹਦਾ ਨਜਾਇਜ਼ ਫਾਇਦਾ ਵੀ ਲਿਆ ਹੈ। ਜੇ ਅਸੀਂ ਆંકੜਿਆਂ ਦੀ ਗੱਲ ਕਰੀਏ ਤੇ 2020 ਦੇ ਵਿੱਚ ਸਿਰਫ ਸਾਈਬਰ ਕ੍ਰਾਈਮ ਦਾ ਜੇ ਅਸੀਂ ਇੱਕ ਹਿੱਸਾ ਲੈਂਦੇ ਹਾਂ ਉਹ ਹੈ ਬੇਸਿਕਲੀ ਇੰਪਰੋਪਰੀਏਟ ਸੈਕਸੁਅਲ ਕੰਡਕਟ। ਉਹਦੇ ਵਿੱਚ 38 ਤੋਂ 40% ਇਨਕਰੀਜ਼ ਹੋਇਆ। ਇਹ 38 ਤੋਂ 40% ਜੋ ਇਨਕਰੀਜ਼ ਹੋਇਆ, ਜਿੱਥੇ ਕਿ ਛੋਟੇ ਬੱਚੀਆਂ ਲਿਓਰ ਕੀਤੇ ਗਏ, ਬਹੁਤ ਸਾਰੇ ਚਾਈਲਡ ਪੋਰਨੋਗ੍ਰਾਫੀ ਦੇ ਕੇਸਿਸ ਵਧੇ, ਬਹੁਤ ਸਾਰੇ ਇਨਵੈਸਟੀਗੇਸ਼ਨਸ ਵਧੀਆਂ ਨੇ। ਇਹ 40% ਵਿੱਚ ਮੇਰੇ ਬੱਚੇ ਵੀ ਆ ਸਕਦੇ ਨੇ, ਤੁਹਾਡੇ ਬੱਚੇ ਵੀ ਆ ਸਕਦੇ ਨੇ, ਤੇ ਅਸੀਂ ਵੀ ਸਾਰੇ ਆ ਸਕਦੇ ਹਾਂ। ਸਾਨੂੰ ਸ਼ਾਇਦ ਇਹ ਨਹੀਂ ਪਤਾ ਕਿ ਸਾਈਬਰ ਕ੍ਰਾਈਮ ਜਿਹੜਾ ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ ਉਹ ਕਿੰਨੇ ਆਰਾਮ ਨਾਲ ਕੋਈ ਵੀ ਇਨਸਾਨ ਕੁਛ ਵੀ ਬਣ ਕੇ ਤੁਹਾਡੇ ਬੱਚੇ ਦੇ ਬੈੱਡਰੂਮ 'ਚ ਉਹਦੀ ਜ਼ਿੰਦਗੀ 'ਚ ਐਂਟਰ ਕਰ ਸਕਦਾ। ਔਰ ਅਸੀਂ ਹਮੇਸ਼ਾ ਹੀ ਇਹ ਸੋਚ 'ਚ ਵਿਸ਼ਵਾਸ ਰੱਖਦੇ ਹਾਂ ਕਿ ਜੇ ਬੱਚਾ ਸਾਡਾ ਘਰੇ ਬੈਠਾ ਆ, ਆਪਣੇ ਕਮਰੇ 'ਚ ਬੈਠਾ ਆ, ਅਸੀਂ ਬੜੇ ਹੀ ਸੰਤੁਸ਼ਟ ਹੁੰਦੇ ਹਾਂ ਕਿਉਂਕਿ ਜਾਂ ਤਾਂ ਅਸੀਂ ਆਪਣੇ ਕੰਮ 'ਚ ਬਿਜ਼ੀ ਹੁੰਦੇ ਹਾਂ ਅਤੇ ਜਾਂ ਅਸੀਂ ਆਪ ਇੰਟਰਨੈਟ ਦੇ ਸ਼ਿਕਾਰ ਹਾਂ। ਔਰ ਅਸੀਂ ਕਦੀ ਵੀ ਇਹ ਐਫਰਟ ਨਹੀਂ ਲਾਇਆ ਕਿ ਅਸੀਂ ਇੱਕ ਲੈਕਚਰ ਦੇਣ ਦੇ ਇਲਾਵਾ ਬੱਚਿਆਂ ਨੂੰ ਕਿ ਤੁਸੀਂ ਫ਼ੋਨ ਬਹੁਤ ਯੂਜ਼ ਕਰਦੇ ਹੋ, ਤੁਸੀਂ ਫ਼ੋਨ ਦੇ ਉੱਤੇ ਲੱਗੇ ਰਹਿੰਦੇ ਹੋ, ਤੁਸੀਂ ਗੇਮਾਂ ਖੇਡਦੇ ਹੋ, ਅਸੀਂ ਕਦੀ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਉਹਨਾਂ ਨੂੰ ਬੈਠ ਕੇ ਐਜੂਕੇਟ ਕਰੀਏ ਕਿ ਕੀ ਖਤਰੇ ਨੇ, ਕਿੰਨੇ ਵਧੀਆ ਤਰੀਕੇ ਦੇ ਨਾਲ ਕੋਈ ਵੀ ਇਨਸਾਨ ਤੁਹਾਡੇ ਬੈੱਡਰੂਮ 'ਚ ਵੜ ਸਕਦਾ, ਕੋਈ ਵੀ ਇਨਸਾਨ ਤੁਹਾਡੇ ਬੱਚੇ ਨੂੰ ਲਿਓਰ ਕਰ ਸਕਦਾ, ਚਾਹੇ ਉਹ ਨਸ਼ਿਆਂ ਲਈ ਹੋਏ, ਚਾਹੇ ਉਹ ਕੋਈ ਮਾੜੀ ਹਰਕਤ ਲਈ ਹੋਏ, ਔਰ ਚਾਹੇ ਉਹ ਕੋਈ ਐਕਸਟੋਰਸ਼ਨ ਹੋਏ। ਕੈਪਰਸ ਇੱਕ ਵਰਡ ਹੈ, CAPPER। ਮੈਂ ਸਾਰਿਆਂ ਨੂੰ ਹੀ ਸੁਜੈਸਟ ਕਰੂੰਗਾ, ਹਰ ਮਾਂ ਬਾਪ ਨੂੰ, ਕਿ ਉਹਦੇ ਬਾਰੇ ਜ਼ਰੂਰ ਪੜ੍ਹਨਾ ਚਾਹੀਦਾ। ਇੱਕ ਟਰਮਨੋਲੋਜੀ ਹੈ ਕੈਪਰਸ। ਉਹ ਲੋਕ ਨੇ ਜਿਹੜੇ ਬੜੇ ਹੀ ਪਿਆਰ ਨਾਲ ਤੁਹਾਡੇ ਬੱਚਿਆਂ ਨੂੰ ਐਸੇ ਵੀਡੀਓਜ਼ ਵਿਖਾਉਂਦੇ ਆ ਜਿਹਦੇ 'ਚ ਬੜੀ ਵਧੀਆ ਜ਼ਿੰਦਗੀ, ਬੜੀ ਵਧੀਆ ਚੀਜ਼ਾਂ ਔਰ ਬਹੁਤ ਜ਼ਿਆਦਾ ਮਟੀਰੀਅਲਿਸਟਿਕ ਚੀਜ਼ਾਂ ਨੂੰ ਉਹ ਲਿਓਰ ਕਰਦੇ ਨੇ। ਬਹੁਤ ਵਾਰੀ ਉਹ ਐਸੇ ਅਸ਼ਲੀਲ ਵੀਡੀਓਜ਼ ਵੀ ਤੁਹਾਡੇ ਬੱਚਿਆਂ ਨੂੰ ਦਿਖਾ ਦਿੰਦੇ ਨੇ ਕਿ ਜਿਹਦੇ ਨਾਲ ਛੋਟਾ ਬੱਚਾ, ਗਰੋਇੰਗ ਬੱਚਾ, ਉਹ ਇੱਕ ਤਰ੍ਹਾਂ ਨਾਲ ਅਟਰੈਕਟ ਹੁੰਦਾ। ਉਹਦੇ ਬਾਅਦ ਐਸੇ ਬੇਸ਼ੁਮਾਰ ਕੇਸ ਜਿਹੜੇ ਆ ਵਧੇ ਆ ਜਿਹਦੇ ਵਿੱਚ ਉਹ ਬੱਚਿਆਂ ਨੂੰ ਕਈ ਐਸੇ ਐਕਟ ਕਰਨ ਨੂੰ ਕਹਿੰਦੇ ਨੇ, ਕਈ ਐਸੀਆਂ ਚੀਜ਼ਾਂ ਕਹਿੰਦੇ ਨੇ ਕਿ ਤੁਹਾਨੂੰ ਆਹ ਰਿਵਾਰਡ ਮਿਲੇਗਾ, ਤੁਹਾਨੂੰ ਗਿਫਟ ਕਾਰਡ ਭੇਜ ਰਿਹਾ, ਤੁਸੀਂ ਮੇਰੇ ਲਈ ਆਹ ਕਰ ਦਿਓ। ਔਰ ਜਦੋਂ ਹੀ ਉਹ ਬੱਚਾ ਕੋਈ ਐਸੀ ਹਰਕਤ ਕਰ ਦਿੰਦਾ, ਨਾਲ ਹੀ ਉਹ ਲੋਕ ਰਿਕਾਰਡਿੰਗ ਕਰਦੇ ਨੇ, ਨਾਲ ਹੀ ਉਹ ਲੋਕ ਜਿਹੜੇ ਆ ਉਹਨਾਂ ਨੇ ਤੁਹਾਡੇ ਬੱਚੇ ਦਾ ਸੋਸ਼ਲ ਮੀਡੀਆ ਦਾ ਪੂਰਾ ਡਿਟੇਲ ਕੱਢਿਆ ਹੁੰਦਾ, ਉਹਦੀ ਫਰੈਂਡ ਲਿਸਟ ਕੱਢੀ ਹੁੰਦੀ ਹੈ, ਉਹਦੇ ਮਾਂ-ਬਾਪ ਕੌਣ ਨੇ ਉਹ ਕੱਢਿਆ ਹੁੰਦਾ, ਔਰ ਫਿਰ ਸ਼ੁਰੂ ਹੁੰਦਾ ਹੈ, ਉਹਨੂੰ ਕਹਿੰਦੇ ਆ ਸੈਕਸਟੋਰਸ਼ਨ, ਧਮਕੀਆਂ। ਔਰ ਉਹ ਸਾਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ। ਬਹੁਤ ਵਾਰੀ ਬੱਚੇ ਜਿਹੜੇ ਆ ਉਹਨਾਂ ਦੇ ਚਿਹਰੇ ਉਤਰੇ ਹੁੰਦੇ ਆ, ਬੱਚੇ ਪਰੇਸ਼ਾਨ ਦਿਖਦੇ ਆ, ਔਰ ਮਾਂ-ਬਾਪ ਦਾ 99% ਰਿਐਕਸ਼ਨ ਇਹ ਹੁੰਦਾ ਕਿ ਸ਼ਾਇਦ ਇਹ ਪੜ੍ਹਨ ਕਰਕੇ ਇਹਦੀ ਪੜ੍ਹਾਈ ਬਹੁਤ ਹੈ, ਇਹਨੂੰ ਨੀਂਦ ਨਹੀਂ ਆਉਂਦੀ, ਇਹ ਬੱਚਾ ਚੁੱਪ ਰਹਿੰਦਾ ਆ। ਅਸੀਂ ਕਦੀ ਇਹ ਗੌਰ ਨਹੀਂ ਕੀਤਾ ਕਿ ਉਹ ਬੱਚਾ ਸ਼ਾਇਦ ਸੈਕਸਟੋਰਸ਼ਨ ਦਾ ਸ਼ਿਕਾਰ ਹੋਏ, ਕਿ ਕਿਸੇ ਨੇ ਉਹਦਾ ਕੋਈ ਵੀਡੀਓ ਬਣਾ ਲਿਆ ਔਰ ਉਹਦੇ ਬਾਅਦ ਉਹਨੂੰ ਐਸੀਆਂ ਧਮਕੀਆਂ ਮਿਲ ਰਹੀਆਂ ਨੇ, ਉਹਨੂੰ ਫਰੈਂਡ ਲਿਸਟ ਆਪਣੀ ਭੇਜੀ ਜਾਂਦੀ ਆ, ਉਹਨੂੰ ਦਿਖਾਈ ਜਾਂਦੀ ਆ, ਉਹਦੇ ਮਾਂ-ਬਾਪ ਦੀ ਡਿਟੇਲ ਦਿਖਾਈ ਜਾਂਦੀ ਆ ਵੀ ਮੈਨੂੰ ਤੁਹਾਡੇ ਮਾਂ-ਬਾਪ ਬਾਰੇ ਸਾਰਾ ਪਤਾ ਹੈ, ਮੈਨੂੰ ਤੁਹਾਡੇ ਦੋਸਤਾਂ ਦਾ ਪਤਾ ਹੈ, ਮੈਨੂੰ ਤੁਹਾਡੇ ਰਿਸ਼ਤੇਦਾਰਾਂ ਦਾ ਪਤਾ ਹੈ, ਅਤੇ ਜੇ ਹੁਣ ਤੁਸੀਂ ਮੇਰੇ ਲਈ ਆਹ ਕੰਮ ਨਹੀਂ ਕੀਤਾ ਤਾਂ ਉਹ ਕਿਸੇ ਵੀ ਤਰੀਕੇ ਦੀ ਸੈਕਸਟੋਰਸ਼ਨ ਹੋ ਸਕਦੀ ਹੈ, ਚਾਹੇ ਫਰਦਰ ਵੀਡੀਓਜ਼ ਬਣਾਉਣ ਦੀ ਹੋਏ, ਚਾਹੇ ਹੋਰ ਬੱਚੇ ਜਿਹੜੇ ਆ ਉਹਨਾਂ ਨੂੰ ਲਿਓਰ ਕਰਨ ਦੇ ਲਈ ਹੋਏ, ਚਾਹੇ
ਉਹਨਾਂ ਨੂੰ ਪੈਸੇ ਦੇਣ ਦੀ ਹੋਏ ਕਿ ਅਗਰ ਤੁਸੀਂ ਸਾਨੂੰ $500 $600 $200 ਦਿਓਗੇ ਤੇ ਅਸੀਂ ਇਹ ਚੀਜ਼ ਤੁਹਾਡੇ ਨਾਲ ਨਹੀਂ ਕਰਾਂਗੇ। ਔਰ ਸਾਨੂੰ ਇਹ ਪਤਾ ਵੀ ਨਹੀਂ ਹੁੰਦਾ ਐਜ਼ ਮਾਂ-ਬਾਪ, ਐਜ਼ ਪੇਰੈਂਟਸ, ਕਿ ਸਾਡਾ ਬੱਚਾ ਕਿਵੇਂ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਚੁੱਕਿਆ। ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਕਿਵੇਂ ਜੋ ਅਸੀਂ ਬਹੁਤ ਆਰਾਮ ਨਾਲ ਬੈਠੇ ਸੀਗੇ, ਆਪਣੇ ਫੋਨ ਦੇ ਉੱਤੇ ਬਿਜ਼ੀ ਸੀਗੇ, ਆਪਣੀ ਲਾਈਫ 'ਚ ਬਿਜ਼ੀ ਸੀਗੇ, ਕਿ ਸਾਡਾ ਬੱਚਾ ਕਰ ਰਿਹਾ ਆਪਣੇ ਬੈਡਰੂਮ 'ਚ ਹੈ, ਉਹ ਬੱਚਾ ਕਿਸ ਐਸੇ ਐਲੀਮੈਂਟ ਦਾ ਸ਼ਿਕਾਰ ਹੈ ਕਿ ਜਿਹੜਾ ਨਾ ਤੇ ਉਹ ਦੱਸ ਸਕਦਾ ਔਰ ਨਾ ਉਹਨੂੰ ਕੋਈ ਉਹਦਾ ਸੋਲੂਸ਼ਨ ਲੱਭ ਰਿਹਾ। ਸਾਨੂੰ ਸਾਰਿਆਂ ਨੂੰ ਸੁਣ ਕੇ ਬੜੀ ਹੈਰਾਨੀ ਹੋਏਗੀ ਕਿ ਹਜ਼ਾਰਾਂ ਟੈਰਾਬਾਈਟ ਚਾਈਲਡ ਪੋਰਨੋਗ੍ਰਾਫੀ ਦਾ ਇੱਕ ਬਹੁਤ ਵੱਡਾ ਸਕੈਂਡਲ, ਇੱਕ ਬਹੁਤ ਇੰਟਰਨੈਸ਼ਨਲ ਲੈਵਲ 'ਤੇ 160 ਦੇਸ਼ਾਂ ਤੋਂ ਉੱਪਰ ਦੀ ਜਿਹੜੀ ਸਰਕਾਰਾਂ, ਇਨਫੋਰਸਮੈਂਟ ਏਜੰਸੀਜ਼, ਪੁਲਿਸ ਏਜੰਸੀਜ਼ ਲੱਗੀਆਂ ਸੀਗੀਆਂ, ਔਰ ਉਹ GTA ਦੇ ਵਿੱਚੋਂ ਇੱਕ ਘਰ ਦੇ ਵਿੱਚ ਪੂਰੀ ਬਿਲਡਿੰਗ ਜਿਹੜੀ ਸੀਗੀ ਉਹ ਭਰੀ ਹੋਈ ਸੀਗੀ ਸਿਰਫ ਚਾਈਲਡ ਪੋਰਨੋਗ੍ਰਾਫੀ ਨਾਲ। ਔਰ ਉਹ ਬੱਚੇ ਜ਼ਰੂਰੀ ਨਹੀਂ ਕਿ ਉਹ ਸਾਡੇ ਨਾ ਹੋਣ, ਤੁਹਾਡੇ ਨਾ ਹੋਣ, ਕਿਸੇ ਦੇ ਵੀ ਹੋਣ। ਇੰਨੀ ਜ਼ਿਆਦਾ ਸਾਈਬਰ ਕ੍ਰਾਈਮ ਇਸ ਐਲੀਮੈਂਟ ਵਿੱਚ ਵੱਧ ਚੁੱਕਿਆ ਔਰ ਇਹ ਬਹੁਤ ਵੱਡਾ ਜਿਹੜਾ ਆ ਇੱਕ ਕੰਸਰਨ ਹੈ ਅੱਜ ਦੇ ਦਿਨ ਦੇ ਵਿੱਚ, ਚਾਹੇ ਉਹ RCMP ਹੋਏ, ਚਾਹੇ ਉਹ ਹੋਰ ਪੁਲਿਸ ਸਰਵਿਸਿਜ਼ ਹੋਣ, ਕਿ ਬੱਚਿਆਂ ਨੂੰ ਕਿਵੇਂ ਬਚਾਉਣਾ ਹੈ। ਮਗਰ ਸ਼ਾਇਦ ਅਸੀਂ ਐਜ਼ ਮਾਂ-ਬਾਪ, ਐਜ਼ ਐਲਡਰਸ ਇਸ ਜ਼ਿੰਮੇਵਾਰੀ ਤੋਂ ਫੇਲ ਹੋ ਰਹੇ ਹਾਂ। ਸ਼ਾਇਦ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਬੱਚੇ ਜਿਹੜੇ ਆ ਕਿਉਂਕਿ ਘਰ ਨੇ, ਸਾਡੇ ਲਾਗੇ ਨੇ, ਤੇ ਉਹ ਬੱਚੇ ਜਿਹੜੇ ਆ ਉਹ ਸੇਫ ਨੇ। ਮਗਰ ਜੋ ਹੋ ਰਿਹਾ ਆਲੇ ਦੁਆਲੇ, ਜੋ ਏਜੰਸੀਜ਼ ਦੱਸ ਰਹੀਆਂ ਨੇ, ਉਹ ਫਿਗਰਸ ਜਿਹੜੀਆਂ ਨੇ ਉਹ ਬਿਲਕੁਲ ਡਿਫਰੈਂਟ ਨੇ ਕਿ ਤੁਹਾਡਾ ਬੱਚਾ ਘਰ ਬੈਠਾ ਵੀ ਓਨਾ ਹੀ ਸਾਈਬਰ ਕ੍ਰਾਈਮ ਦੇ ਉੱਪਰ ਵਰਨੇਬਲ ਹੈ, ਓਨਾ ਹੀ ਉਹਨੂੰ ਖਤਰਾ ਹੈ। ਜੇ ਐਜ਼ ਪੇਰੈਂਟਸ ਤੁਸੀਂ ਉਹਨੂੰ ਅਲਰਟ ਨਹੀਂ ਕਰਦੇ, ਤੁਸੀਂ ਉੱਥੇ ਹੋਣ ਵਾਲੀਆਂ ਹਰ ਤਰ੍ਹਾਂ ਦੀਆਂ ਗਲਤ ਹਰਕਤਾਂ, ਗਲਤ ਚੀਜ਼ਾਂ ਜਿਹੜੀਆਂ ਨੇ ਬੱਚੇ ਨੂੰ ਨਹੀਂ ਦੱਸਦੇ, ਉਹਨਾਂ ਚਿਰ ਤੱਕ ਉਹ ਬੱਚਾ ਜਿਹੜਾ ਆ ਕਿਸੇ ਵੀ ਟਾਈਮ ਕਿਸੇ ਦਾ ਵੀ ਸ਼ਿਕਾਰ ਬਣ ਸਕਦਾ। ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ 2020 COVID-19 ਦੇ ਵਿੱਚ, ਕਿਉਂਕਿ ਬਹੁਤ ਜ਼ਿਆਦਾ ਔਨਲਾਈਨ ਪ੍ਰੈਜ਼ੈਂਸ ਰਹੀ ਹੈ ਬੱਚਿਆਂ ਦੀ, ਉਹਦੇ ਕਾਰਨ ਸਾਈਬਰ ਕ੍ਰਾਈਮ ਜਿਹੜਾ ਆ ਔਰ ਖ਼ਾਸ ਤੌਰ 'ਤੇ ਬੱਚਿਆਂ ਨੂੰ ਲਿਓਰ ਕਰਕੇ ਉਹਨਾਂ ਤੋਂ ਗਲਤ ਚੀਜ਼ਾਂ ਕਰਵਾਉਣੀਆਂ, ਉਹਦੇ ਕੇਸਿਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਕੇ ਜਿਹੜੇ ਆ ਉਹ ਰਿਪੋਰਟ ਹੋਏ ਨੇ। ਔਰ ਇਹ ਇੱਕ ਐਸਾ ਕ੍ਰਾਈਮ ਹੈ ਜਿਹੜਾ ਹਮੇਸ਼ਾ ਹੀ ਅੰਡਰ ਰਿਪੋਰਟਡ ਰਹਿੰਦਾ, ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਮਦਦ ਲੈਣ ਕਿਹਦੇ ਕੋਲ ਜਾਣ, ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਮਦਦ ਵਾਸਤੇ ਕਿਹਨੂੰ ਪੁੱਛਣ, ਔਰ ਉਹ ਕੰਟੀਨਿਊਸਲੀ ਆਪਣੇ ਆਪ ਇਹ ਲੜਾਈ ਜਿਹੜੀ ਆ ਉਹ ਲੜਦੇ ਰਹਿੰਦੇ ਨੇ। ਸਾਡੀ ਸਾਰਿਆਂ ਦੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਸਾਨੂੰ ਇਹ ਜ਼ਰੂਰ ਪਤਾ ਹੋਏ ਕਿ ਐਸੇ ਕਿਹੜੇ ਸਿੰਪਟਮਸ ਹੋ ਸਕਦੇ ਨੇ ਕਿ ਸਾਡਾ ਬੱਚਾ ਨਾ ਤੇ ਸਿਰਫ ਇੱਕ ਇੰਟਰਨੈਟ ਐਡਿਕਸ਼ਨ ਦਾ ਹੀ ਸ਼ਿਕਾਰ ਨਹੀਂ, ਉਹ ਸਾਈਬਰ ਕ੍ਰਾਈਮ ਦਾ ਵੀ ਸ਼ਿਕਾਰ ਹੋ ਚੁੱਕਿਆ ਹੈ। ਜੋ ਏਜੰਸੀਜ਼ ਦੇ ਐਨਾਲਿਸਿਸ ਨੇ ਉਹਦੇ ਬੇਸ 'ਤੇ ਕੁਛ ਚੀਜ਼ਾਂ ਜਿਹੜੀਆਂ ਨੇ, ਕੁਛ ਸਿੰਪਟਮ ਜਿਹੜੇ ਨੇ, ਮੈਂ ਉਹ ਸ਼ੇਅਰ ਕਰਨ ਜਾ ਰਿਹਾ ਤਾਂ ਕਿ ਅਸੀਂ ਆਪਣੇ ਘਰ ਨੂੰ ਸੇਫ ਰੱਖੀਏ, ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰ ਸਕੀਏ ਕਿ ਐਸੇ ਅਗਰ ਸਾਈਨ, ਐਸੇ ਚੀਜ਼ਾਂ ਤੁਹਾਨੂੰ ਔਨਲਾਈਨ ਕੋਈ ਕਰਦਾ ਹੈ ਤੇ ਉਹ ਤੁਹਾਨੂੰ ਆ ਕੇ ਬਿਨਾਂ ਝਿਜਕ, ਬਿਨਾਂ ਜੱਜਮੈਂਟ ਦੇ ਦੱਸਣ, ਉਹਨਾਂ ਨੂੰ ਉਹ ਕੌਨਫੀਡੈਂਸ ਦੇਣਾ ਸਾਡਾ ਐਜ਼ ਮਾਂ-ਬਾਪ ਬਹੁਤ ਵੱਡਾ ਜ਼ਿੰਮੇਵਾਰੀ ਹੈ। ਔਰ ਸਿੰਪਟਮਸ ਐਸੇ ਨੇ ਕਿ ਜੋ ਐਨਾਲਿਸਿਸ ਆਇਆ ਉਹ ਇਹ ਹੈ ਕਿ ਬੱਚੇ ਜਿਹੜੇ ਵਾਸ਼ਰੂਮ 'ਚ ਵੀ ਗੈਜਟਸ ਲੈ ਕੇ ਜਾਂਦੇ ਨੇ, ਜਿਹੜੇ ਕਿ ਜ਼ਿਆਦਾਤਰ ਲੇਟ ਨਾਈਟ ਬੈਠ ਕੇ ਆਪਣੇ ਬੈਡਰੂਮ ਦੇ ਵਿੱਚ ਦਰਵਾਜ਼ਾ ਬੰਦ ਕਰਕੇ ਬੜੇ ਪ੍ਰਾਈਵੇਸੀ ਦੇ ਉੱਤੇ ਜ਼ਿਆਦਾ ਫੋਕਸ ਕਰਦੇ ਨੇ, ਉਹਨਾਂ ਦੇ ਜ਼ਿਆਦਾ ਚਾਂਸਸ ਨੇ ਕਿ ਉਹ ਐਸੇ ਲੋਕਾਂ ਦੇ ਸ਼ਿਕਾਰ ਜਾਂ ਵਿਕਟਮ ਬਣ ਸਕਣ। ਦੂਸਰਾ ਸਿੰਪਟਮ, ਜੋ ਬੱਚੇ ਪਹਿਲਾਂ ਸ਼ਾਇਦ ਇਕੱਠੇ ਸੌਂਦੇ ਸੀਗੇ, ਇਕੱਠੇ ਉਹਨਾਂ ਦਾ ਸਟੱਡੀ ਟੇਬਲ ਸੀਗਾ,
ਉਹ ਅਗਰ ਵੱਖਰੇ ਵੱਖਰੇ ਰਹਿਣ ਲੱਗ ਪਿਆ, ਉਹਨਾਂ 'ਚੋਂ ਕੋਈ ਵੀ ਤੁਹਾਡਾ ਬੱਚਾ ਉਹ ਇਕੱਲਾ ਰਹਿਣਾ ਚਾਹੁੰਦਾ ਹੈ, ਉਹ ਬੇਸਮੈਂਟ ਜਾ ਕੇ ਪੜ੍ਹਨਾ ਚਾਹੁੰਦਾ ਆ ਕਿਸੇ ਨਾ ਕਿਸੇ ਬਹਾਨੇ, ਤਦ ਵੀ ਤੁਹਾਨੂੰ ਅਲਰਟ ਹੋਣ ਦੀ ਲੋੜ ਹੈ ਕਿ ਸ਼ਾਇਦ ਤੁਹਾਡਾ ਬੱਚਾ ਕਿਸੇ ਨਾ ਕਿਸੇ ਐਸੇ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋ ਚੁੱਕਿਆ ਹੈ। ਅਗਰ ਕੋਈ ਵੀ ਬੱਚਾ ਆਪਣੇ ਪਾਸਵਰਡਸ ਔਰ ਪ੍ਰਾਈਵੇਸੀ ਔਰ ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਿਸਟਰੀ ਜਿਹੜੀ ਆ ਆਪਣੀ ਡਿਲੀਟ ਕਰ ਰਿਹਾ, ਤਦ ਵੀ ਡੈਫੀਨੇਟਲੀ ਤੁਹਾਨੂੰ ਇੱਕ ਐਸਾ ਸੰਕੇਤ ਮਿਲਦਾ ਹੈ ਕਿ ਤੁਹਾਡਾ ਬੱਚਾ ਜਿਹੜਾ ਹੈ ਉਹ ਕਿਸੇ ਨਾ ਕਿਸੇ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੈ ਜਾਂ ਹੋ ਸਕਦਾ ਹੈ। ਮਾਂ-ਬਾਪ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਲੀਡ ਬਾਈ ਐਗਜ਼ਾਮਪਲ ਕਰਨ। ਉਦਾਹਰਨ ਦੇ ਤੌਰ 'ਤੇ ਜੋ ਮਾਂ-ਬਾਪ ਆਪਣੇ ਫੋਨ, ਆਪਣੇ ਗੈਜਟਸ ਦੇ ਪਾਸਵਰਡਸ ਆਪਣੇ ਬੱਚਿਆਂ ਨਾਲ ਸ਼ੇਅਰ ਕਰ ਸਕਦੇ ਨੇ, 99% ਸਟੈਟਿਸਟਿਕਸ ਇਹ ਕਹਿੰਦੇ ਨੇ, ਸਾਈਕੋਲੋਜਿਸਟ ਇਹ ਕਹਿੰਦੇ ਨੇ ਕਿ ਉਹਨਾਂ ਦੇ ਬੱਚੇ ਵੀ ਆਪਣੇ ਪਾਸਵਰਡ ਔਰ ਆਪਣੇ ਲੌਗਇਨ ਡਿਟੇਲਸ ਆਪਣੇ ਮਾਂ-ਬਾਪ ਨਾਲ ਸ਼ੇਅਰ ਕਰਨਗੇ। ਇਹ ਮਿਊਚੁਅਲ ਅੰਡਰਸਟੈਂਡਿੰਗ ਹੈ, ਇਹ ਮਿਊਚੁਅਲ ਫੇਥ ਹੈ, ਔਰ ਇਹਦੇ ਨਾਲ ਹੀ ਤੁਸੀਂ ਅੱਜ ਦੇ ਦਿਨ 'ਚ ਆਪਣੇ ਬੱਚਿਆਂ ਨੂੰ ਸੇਫ ਰੱਖ ਸਕਦੇ ਹੋ। ਅੱਜ ਦੇ ਦਿਨ 'ਚ ਬੱਚਾ ਚਾਹੇ ਲੜਕੀ ਹੋਏ ਜਾਂ ਲੜਕਾ, ਇਟ ਮੇਕਸ ਨੋ ਡਿਫਰੈਂਸ, ਕਿਉਂਕਿ ਕ੍ਰਾਈਮ ਸਾਰਿਆਂ ਦੇ ਉੱਤੇ ਹੋ ਰਿਹਾ ਹੈ। ਇਸ ਪ੍ਰੋਬਲਮ ਦੇ ਸ਼ਿਕਾਰ ਲੜਕੇ ਵੀ ਨੇ, ਇਸ ਪ੍ਰੋਬਲਮ ਦੇ ਸ਼ਿਕਾਰ ਲੜਕੀਆਂ ਵੀ ਨੇ, ਔਰ ਕਈ ਵਾਰ ਇਸ ਜੋ ਸਾਈਬਰ ਕ੍ਰਾਈਮ ਹੈ ਇਹਦੇ ਸ਼ਿਕਾਰ ਅਡਲਟਸ ਵੀ ਨੇ। ਬਹੁਤ ਸਾਰੇ ਬੱਚੇ ਜਿਹੜੇ ਹੈ ਉਹ ਡਰੱਗਸ ਵਿੱਚ ਲਿਓਰ ਕੀਤੇ ਜਾਂਦੇ ਨੇ, ਡਰੱਗ ਟ੍ਰੈਫਿਕਿੰਗ ਵਿੱਚ ਲਿਓਰ ਕੀਤੇ ਜਾਂਦੇ ਨੇ ਥਰੂ ਸਾਈਬਰ। ਉਹਨਾਂ ਨੂੰ ਪੈਸੇ ਆਫਰ ਕੀਤੇ ਜਾਂਦੇ ਨੇ। ਤੁਸੀਂ ਆਪਣੇ ਬੱਚਿਆਂ ਦਾ ਜ਼ਰੂਰ ਚੈੱਕ ਕਰੋ ਕਿ ਉਹਨਾਂ ਦੇ ਰਿਸੋਰਸਿਸ ਜਿਹੜੇ ਆ, ਉਹਨਾਂ ਕੋਲ ਸਮਾਨ ਆ ਰਿਹਾ, ਉਹਨਾਂ ਕੋਲ ਮਟੀਰੀਅਲ ਆ ਰਿਹਾ, ਉਹਨਾਂ ਦਾ ਲਾਈਫ ਸਟਾਈਲ ਜਿਹੜਾ ਆ ਉਹ ਕਿਵੇਂ ਦਾ ਹੈ ਔਰ ਉਹਨਾਂ ਦੀ ਆਮਦਨ ਦਾ ਸਾਧਨ ਕੀ ਹੈ। ਤੁਸੀਂ ਡੈਫੀਨੇਟਲੀ ਇਹ ਜ਼ਰੂਰ ਚੈੱਕ ਕਰੋ ਕਿ ਅਗਰ ਤੁਹਾਡੇ ਬੱਚੇ ਦਾ ਜਿਹੜਾ ਡਰੈਸਿੰਗ ਪੈਟਰਨ ਘਰ ਦੇ ਵਿੱਚ ਇੰਟਰਨੈਟ ਦੇ ਨਾਲ ਚੇਂਜ ਹੁੰਦਾ ਹੈ, ਸੋ ਉਹ ਇੱਕ ਤੁਹਾਡੇ ਲਈ ਸੰਕੇਤ ਹੋਣਾ ਚਾਹੀਦਾ ਹੈ ਕਿ ਕਿਤੇ ਮੇਰਾ ਬੱਚਾ ਜਿਹੜਾ ਆ ਉਹ ਇਸ ਚੀਜ਼ ਦਾ ਸ਼ਿਕਾਰ ਤਾਂ ਨਹੀਂ। ਨਾਲ ਹੀ ਇਹ ਜ਼ਰੂਰ ਚੈੱਕ ਕਰੋ ਕਿ ਬੱਚਿਆਂ ਦੀ ਸਡਨ ਸਟੱਡੀ ਦੀ ਪਰਫਾਰਮੈਂਸ ਜਿਹੜੀ ਹੈ, ਪੜ੍ਹਨ ਦਾ ਪੈਟਰਨ ਜਿਹੜਾ ਆ ਉਹਦੇ ਵਿੱਚ ਚੇਂਜਸ ਨਜ਼ਰ ਆਈਆਂ ਨੇ। ਉਹਨਾਂ ਦੇ ਫੂਡ ਹੈਬਿਟਸ ਜਿਹੜੀਆਂ ਨੇ ਉਹਨਾਂ ਦੀ ਅਕਸਰ ਇਹ ਸਿੰਪਟਮਸ ਬਾਹਰ ਆਏ ਨੇ ਕਿ ਜੋ ਬੱਚੇ ਵੀ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਦੀ ਜੰਕ ਫੂਡ ਦੀ ਐਡਿਕਸ਼ਨ ਜਿਹੜੀ ਆ ਨਾਲ ਉਹ ਵੀ ਵੱਧਦੀ ਹੈ। ਇਹ ਇੱਕ ਸਾਈਕੋਲੋਜੀਕਲ ਚੀਜ਼ ਹੈ, ਕਿਉਂਕਿ ਜਦੋਂ ਵੀ ਉਹਨਾਂ ਨੂੰ ਐਸੀ ਇੱਕ ਐਂਗਜ਼ਾਈਟੀ, ਸਟ੍ਰੈਸ ਹੁੰਦੀ ਹੈ, ਉਹਨਾਂ ਨੂੰ ਥ੍ਰੈਟ ਮਹਿਸੂਸ ਹੁੰਦਾ ਹੈ, ਜੋ ਲੋਕ ਉਹਨਾਂ ਨੂੰ ਥ੍ਰੈਟ ਕਰ ਰਹੇ ਹੁੰਦੇ ਨੇ, ਉਹਨਾਂ ਨੂੰ ਲਿਓਰ ਕਰ ਰਹੇ ਹੁੰਦੇ ਨੇ, ਉਸ ਟਾਈਮ ਉਹਨਾਂ ਦਾ ਕ੍ਰੇਵਿੰਗ ਹੁੰਦੀ ਹੈ ਕਿ ਉਹ ਜੰਕ ਫੂਡ ਜਿਹੜਾ ਆ, ਆਇਲੀ ਫੂਡ ਜਿਹੜਾ ਆ, ਉਹ ਫੈਟੀ ਫੂਡ ਜਿਹੜਾ ਆ ਉਹਨੂੰ ਖਾਣ। ਇਹ ਸਾਨੂੰ ਬਹੁਤ ਜ਼ਰੂਰੀ ਹੈ ਕਿ ਐਜ਼ ਪੇਰੈਂਟਸ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹਦੀ ਜਾਣਕਾਰੀ ਹੋਏ। ਔਰ ਸਭ ਤੋਂ ਵੱਡਾ ਟਿਪ ਜੋ ਕਿ ਸਾਰੀਆਂ ਏਜੰਸੀਜ਼ ਜਿਹੜੀਆਂ ਨੇ ਮਾਂ-ਬਾਪ ਨੂੰ ਦਿੰਦੀਆਂ ਨੇ ਉਹ ਇਹ ਹੈ ਕਿ ਸਾਨੂੰ ਟੈਕਨੋਲੋਜੀ ਦੀ ਨੌਲੇਜ ਜਿਹੜੀ ਆ ਓਨੀ ਹੋਣੀ ਚਾਹੀਦੀ ਆ ਜਿੰਨੀ ਅੱਜ ਦੀ ਜਨਰੇਸ਼ਨ ਜਾਂ ਤੁਹਾਡੇ ਬੱਚਿਆਂ ਨੂੰ ਹੈ। ਕਿਉਂਕਿ ਬਹੁਤ ਵਾਰ ਕਿਵੇਂ ਇੱਕ ਨਾਰਮਲ ਐਪ ਜਿਹੜੀ ਹੈ ਉਹ ਬੱਚਿਆਂ ਨੂੰ ਉਹਨਾਂ ਲਈ ਰਿਸਕ ਕ੍ਰੀਏਟ ਕਰ ਸਕਦੀ ਹੈ। ਬਹੁਤ ਸਾਰੀਆਂ ਐਪਸ ਨੇ ਜਿਹੜੀਆਂ ਕਿ ਉਹਨਾਂ ਦੀ ਲੋਕੇਸ਼ਨ ਜਿਹੜੀ ਆ ਉਹ ਪਿਕ ਕਰ ਲੈਂਦੀਆਂ ਨੇ। ਬਹੁਤ ਸਾਰੀਆਂ ਐਪਸ ਨੇ ਜਿਨ੍ਹਾਂ ਦੇ ਉੱਤੇ ਲੋਕਾਂ ਨੇ ਐਸੇ ਆਫਰਸ ਕੀਤੀਆਂ ਕਿ ਜਿਹੜੇ ਬੱਚਿਆਂ ਨੂੰ ਕੋਈ ਵੀ ਕੁਐਸਚਨ ਹੈ ਉਹਨਾਂ ਨੂੰ ਪੁੱਛਿਆ ਜਾ ਸਕਦਾ। ਆਸਕ ਮੀ ਔਰ ਹੋਰ ਤਰ੍ਹਾਂ ਦੀਆਂ ਆਪਸ਼ਨ ਜਿਹੜੀਆਂ ਨੇ ਉਹੋ ਜਿਹੀਆਂ ਐਪਸ ਨੇ ਜਿਹੜੀਆਂ ਬੱਚੇ ਯੂਜ਼ ਕਰਦੇ ਨੇ। ਉੱਥੇ ਸ਼ੁਰੂਆਤ ਜਿਹੜੀ ਆ ਉਹ ਬੱਚੇ ਦੇ ਇੱਕ ਸਵਾਲ ਤੋਂ ਹੁੰਦੀ ਹੈ, ਮਗਰ ਉਹਦੇ ਬਾਅਦ ਉਹਦੀ ਲੋਕੇਸ਼ਨ, ਉਹਦੇ ਬਾਅਦ ਉਹਦੇ ਇੰਟਰਸਟ ਪੁੱਛੇ ਜਾਂਦੇ ਨੇ, ਉਹਦੇ ਬਾਅਦ ਉਹਨੂੰ ਉਹੋ ਜਿਹੇ ਇੰਟਰਸਟ ਨਾਲ ਲਿਓਰ ਕੀਤਾ ਜਾਂਦਾ ਹੈ ਔਰ ਉਹਦੇ ਬਾਅਦ ਕਈ ਵਾਰ ਉਹਨਾਂ ਨੂੰ ਮਿਲਣ ਲਈ ਮਜਬੂਰ ਕੀਤਾ ਜਾਂਦਾ ਹੈ। ਔਰ ਜੋ ਕਈ ਵਾਰ ਉਹਨਾਂ ਦੇ ਨਾਲ ਉਹਨਾਂ ਮੁਲਾਕਾਤਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ, ਐਕਸਪਰਟਸ ਦਾ ਮੰਨਣਾ ਇਹ ਹੈ ਕਿ ਉਹਦੇ ਵਿੱਚ ਬਹੁਤ ਘੱਟ ਬੱਚੇ ਜਿਹੜੇ ਆ ਉਹ ਰਿਪੋਰਟ ਕਰਦੇ ਨੇ ਔਰ ਉਹ ਆਪਣੇ ਤੱਕ ਸੀਮਤ ਰੱਖਦੇ ਨੇ। ਉਹਦੇ ਕਰਕੇ
ਉਹਨਾਂ ਨੂੰ ਜਿਹੜੀ ਸਟ੍ਰੈਸ ਲੈਵਲਸ, ਉਹਨਾਂ ਨੂੰ ਜਿਹੜੇ ਹੋਰ ਅਸਰ ਜਿਹੜੇ ਹੁੰਦੇ ਨੇ ਉਹ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਔਰ ਸ਼ੁਰੂਆਤ ਕਿੱਥੋਂ ਹੁੰਦੀ ਹੈ? ਸਾਡੀਆਂ ਆਪ ਦੀ ਇੰਟਰਨੈਟ ਐਡਿਕਸ਼ਨ ਤੋਂ। ਅਸੀਂ ਅਗਰ ਘਰ ਦੇ ਵਿੱਚ ਆ ਕੇ ਲਗਾਤਾਰ ਬਿਨਾਂ ਵਜ੍ਹਾ ਗੈਜਟਸ ਦੇ ਨਾਲ ਇੰਟਰਨੈਟ ਦੇ ਉੱਤੇ ਐਡਿਕਟਡ ਹਾਂ, ਅਤੇ ਸਾਨੂੰ ਹੀ ਵੇਖ ਕੇ ਸਾਡੇ ਬੱਚੇ ਜਿਹੜੇ ਆ ਸ਼ਾਇਦ ਉਹ ਇੱਕ ਸਟੈਪ ਫਰਦਰ ਚਲੇ ਜਾਣ ਔਰ ਉਹਨਾਂ ਲੋਕਾਂ ਦੇ ਸ਼ਿਕਾਰ ਹੋ ਜਾਣ ਜੋ ਕਿ ਬੱਚਿਆਂ ਨੂੰ ਸਿਰਫ ਪੋਰਨੋਗ੍ਰਾਫੀ ਲਈ ਜਾਂ ਹੋਰ ਚੀਜ਼ਾਂ ਲਈ ਤਾਂ ਲਿਓਰ ਕਰਦੇ ਹੀ ਨੇ। ਇੱਥੋਂ ਤੱਕ ਕਿ ਆਈਸਿਸ ਨੇ ਬੱਚੇ ਜਿਹੜੇ ਆ ਉਹ ਲੜਕੀਆਂ ਖਾਸ ਤੌਰ 'ਤੇ ਉਹ ਇਨਰੋਲ ਕੀਤੀਆਂ ਔਰ ਸਾਰੇ ਖਾਸ ਤੌਰ 'ਤੇ ਜਿਹੜੇ ਕੈਨੇਡਾ ਵਿੱਚ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਹੈਰਾਨੀ ਹੋਏਗੀ ਕਿ ਸਾਡੇ GTA ਦੀਆਂ ਵੀ 2 ਲੜਕੀਆਂ ਜਿਹੜੀਆਂ ਨੇ ਬੜੀ ਮੁਸ਼ਕਿਲ ਨਾਲ ਇਸਤਾਨਬੁਲ ਤੋਂ ਰਿਟਰੀਵ ਕੀਤੀਆਂ ਗਈਆਂ, ਜਿਨ੍ਹਾਂ ਨੂੰ 에ਅਰ ਟਿਕਟ ਵੀ ਭੇਜ ਦਿੱਤੀ ਗਈ ਸੀਗੀ, ਜਿਨ੍ਹਾਂ ਨੂੰ ਬਹੁਤ ਵਧੀਆ ਜ਼ਿੰਦਗੀ ਵਿਖਾਈ ਗਈ, ਵੀਡੀਓਜ਼ ਵਿਖਾਏ ਗਏ, ਲਿਓਰ ਕੀਤਾ ਗਿਆ ਔਰ ਉਹਨਾਂ ਨੂੰ ਐਸੀ ਲਾਈਫ ਪ੍ਰੋਮਿਸ ਕੀਤੀ ਗਈ ਕਿ ਜੋ ਇੱਕ ਵਰਚੁਅਲ ਲਾਈਫ ਸੀਗੀ। ਔਰ ਬੱਚੇ ਘਰ ਦੇ ਵਿੱਚ ਸਿਰਫ ਇਹ ਦੱਸ ਕੇ ਗਏ ਸੀਗੇ ਕਿ ਅਸੀਂ ਵੀਕਐਂਡ 'ਤੇ ਕਿਸੇ ਕਾਟੇਜ ਚੱਲੇ ਹਾਂ, ਸਾਰੇ ਸਲੀਪ ਓਵਰ ਲਈ ਚੱਲੇ ਹਾਂ, ਸਾਰੇ ਫਰੈਂਡਸ ਇਕੱਠੇ ਹੋ ਰਹੇ ਹਾਂ। ਔਰ ਉਹ ਦੋਨਾਂ ਲੜਕੀਆਂ ਦੀ ਉਮਰ ਜਿਹੜੀ ਸੀਗੀ ਉਹ ਨਾਬਾਲਗ ਲੜਕੀਆਂ ਸੀਗੀਆਂ, ਟੀਨਏਜਰ ਸੀਗੀਆਂ ਔਰ ਉਹਨਾਂ ਨੂੰ ਕੁਛ ਨਹੀਂ ਸੀ ਪਤਾ ਕਿ ਉਹ ਕਿਹੜੀ ਜ਼ਿੰਦਗੀ ਜਿਹੜੀ ਆ ਉਹਦੇ ਵਿੱਚ ਵੜਨ ਜਾ ਰਹੀਆਂ ਨੇ ਜਦੋਂ ਉਹ ਇਸਤਾਨਬੁਲ 'ਚ ਲੈਂਡ ਕੀਤੀਆਂ, ਤੁਰਕੀ ਦੇ ਵਿੱਚ। ਇਹ ਘਟਨਾਵਾਂ ਇਹ ਸਿਰਫ ਉਹਨਾਂ 2 ਲੜਕੀਆਂ ਨਾਲ ਨਹੀਂ ਹੋ ਰਹੀਆਂ। ਸਾਨੂੰ ਨਹੀਂ ਪਤਾ ਕਿ ਇਹ ਸਾਡੇ ਘਰ 'ਚ ਸਾਡੇ ਬੱਚਿਆਂ ਨਾਲ ਹੋ ਰਹੀਆਂ ਹੁਣ। ਸਾਨੂੰ ਨਹੀਂ ਪਤਾ ਕਿ ਇਹ ਕੌਣ ਕਰ ਰਿਹਾ। ਸਾਨੂੰ ਨਹੀਂ ਪਤਾ ਕਿ ਸਾਡਾ ਬੱਚਾ ਕਿਹੜੇ ਐਸੇ ਚਾਈਲਡ ਮੋਲੈਸਟਰ, ਕਿਹੜੇ ਐਸੇ ਗੈਂਗ ਦਾ ਹਿੱਸਾ ਬਣ ਚੁੱਕਿਆ ਹੈ ਕਿ ਜਿਹਦਾ ਬਾਅਦ ਵਿੱਚ ਬਹੁਤ ਮਾੜੇ ਰਿਜ਼ਲਟ ਹੋ ਸਕਦੇ ਨੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਐਜ਼ ਪੇਰੈਂਟਸ ਸਾਈਬਰ ਕ੍ਰਾਈਮ ਬਾਰੇ ਔਰ ਉਹਦੇ ਉੱਤੇ ਹੋਣ ਵਾਲੀਆਂ ਹਰਕਤਾਂ, ਉਹਦੇ ਉੱਤੇ ਹੋਣ ਵਾਲੀਆਂ ਕੋਈ ਵੀ ਕ੍ਰਾਈਮ ਜਿਹੜੇ ਆ ਉਹਦੀ ਗੱਲ ਜਿਹੜੀ ਆ ਆਪਣੇ ਬੱਚਿਆਂ ਨਾਲ ਜ਼ਰੂਰ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਕਿ ਅਗਰ ਕੋਈ ਵੀ ਆਦਮੀ, ਕੋਈ ਸਟ੍ਰੇਂਜਰ, ਕੋਈ ਔਰਤ, ਕੁਛ ਵੀ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਸੀ ਗਲਤ ਚੀਜ਼ ਲਈ ਪੈਸਾ ਦੇ ਰਿਹਾ ਹੈ, ਕੋਈ ਆਫਰ ਕਰ ਰਹੇ ਨੇ, ਕੋਈ ਤੁਹਾਨੂੰ ਲਾਲਚ ਦਿੱਤਾ ਜਾ ਰਿਹਾ ਹੈ, ਅਤੇ ਉਹਨਾਂ ਨੂੰ ਇਹ ਜ਼ਰੂਰ ਦੱਸਣਾ ਸਾਡਾ ਫਰਜ਼ ਬਣਦਾ ਹੈ ਕਿ ਉਹ ਤੁਹਾਨੂੰ ਵੀਡੀਓ ਰਿਕਾਰਡ ਕਰ ਰਿਹਾ। ਸਾਡਾ ਇਹ ਫਰਜ਼ ਬਹੁਤ ਜ਼ਰੂਰੀ ਬਣਦਾ ਹੈ ਕਿ ਉਹਨਾਂ ਨੂੰ ਇਹ ਦੱਸੀਏ ਕਿ ਕੋਈ ਵੀ ਐਸਾ ਕੰਡਕਟ ਜਿਹੜਾ ਆ ਔਨਲਾਈਨ ਨਾ ਕੀਤਾ ਜਾਏ ਜੋ ਕਿ ਉਹ ਨਹੀਂ ਕਰਨਗੇ ਅਗਰ ਕਿਸੇ ਦੀ ਫਿਜ਼ੀਕਲ ਪ੍ਰੈਜ਼ੈਂਸ ਵਿੱਚ ਹੋਣਗੇ। ਕਿਉਂਕਿ ਇਹ ਲੋਕ ਜਿਹੜੇ ਆ ਉਹਨਾਂ ਬੱਚਿਆਂ ਨੂੰ ਇੰਨਾ ਕੰਫਰਟ ਦਿੰਦੇ ਨੇ ਕਿ ਉਹਨਾਂ ਨੂੰ ਇਵੇਂ ਲੱਗਦਾ ਹੀ ਨਹੀਂ ਕਿ ਕੋਈ ਉਹਨਾਂ ਨੂੰ ਰਿਕਾਰਡ ਕਰ ਰਿਹਾ। ਉਹਨਾਂ ਨੂੰ ਇਹ ਲੱਗਦਾ ਕਿ ਜੋ ਹਰਕਤ, ਜੋ ਚੀਜ਼ ਉਹ ਕਰ ਰਹੇ ਨੇ, ਇੱਕ ਆਪਣੇ ਬੈਡਰੂਮ 'ਚ ਕਰ ਰਹੇ ਨੇ ਜਾਂ ਆਪਣੇ ਵਾਸ਼ਰੂਮ 'ਚ ਕਰ ਰਹੇ ਨੇ, ਉਹ ਇੱਕ ਬਹੁਤ ਪ੍ਰਾਈਵੇਟ ਹੈ, ਕੋਈ ਉਹਨਾਂ ਨੂੰ ਵੇਖ ਨਹੀਂ ਰਿਹਾ। ਉਹ ਇਹ ਭੁੱਲ ਜਾਂਦੇ ਨੇ ਕਿ ਕੋਈ ਉਹਨਾਂ ਨੂੰ ਰਿਕਾਰਡ ਕਰ ਰਿਹਾ ਹੈ ਔਰ ਉਸ ਰਿਕਾਰਡਿੰਗ ਦੇ ਬਾਅਦ ਉਹ ਜਿਹੜੀ ਕਿੱਥੇ ਕਿੱਥੇ ਉਹਦਾ ਇਸਤੇਮਾਲ ਹੋਏਗਾ ਉਹ ਬੱਚਾ ਸ਼ਾਇਦ ਉਸ ਮੂਮੈਂਟ 'ਚ ਸੋਚਦਾ ਵੀ ਨਹੀਂ। ਅਸੀਂ ਖਾਸ ਤੌਰ 'ਤੇ ਸਾਊਥ ਏਸ਼ੀਅਨ ਭਾਈਚਾਰਾ ਬਹੁਤ ਝਿਜਕਦੇ ਹਾਂ ਆਪਣੇ ਬੱਚਿਆਂ ਨਾਲ ਬਲੰਟਲੀ ਗੱਲ ਕਰਨ 'ਚ। ਅਸੀਂ ਬਹੁਤ ਝਿਜਕਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਦੇ ਬਾਰੇ ਜਾਣਕਾਰੀ ਦਈਏ ਔਰ ਅਸੀਂ ਇਸ ਚੀਜ਼ ਤੋਂ ਵੀ ਬਹੁਤ ਝਿਜਕਦੇ ਹਾਂ ਕਿ ਅਸੀਂ ਉਹਨਾਂ ਦਾ ਵਿਸ਼ਵਾਸ ਜਿਹੜਾ ਆ ਉਹ ਜਿੱਤੀਏ, ਉਹਨਾਂ ਨੂੰ ਆਪਣੀਆਂ ਗੈਜਟਸ ਜਿਹੜੀਆਂ ਨੇ, ਆਪਣੇ ਜਿਹੜੇ ਪਾਸਵਰਡਸ ਨੇ, ਆਪਣੇ ਲੌਗਇਨ ਡਿਟੇਲ ਜਿਹੜੇ ਆ ਉਹ ਦਈਏ ਤਾਂ ਕਿ ਬੱਚਾ ਜਿਹੜਾ ਆ ਉਹ ਮਿਊਚੁਅਲੀ ਇੱਕ ਟਰਸਟ ਦੇ ਬੇਸ 'ਤੇ ਤੁਹਾਡੇ ਨਾਲ ਗੱਲ ਸ਼ੇਅਰ ਕਰ ਸਕੇ। ਸਾਈਬਰ ਇੱਕ ਐਸੀ ਚੀਜ਼ ਬਣ ਚੁੱਕੀ ਹੈ ਕਿ ਜਿਹਦੇ ਵਿੱਚ ਹਰ ਪਰਿਵਾਰ ਦਾ ਜੀ ਇੱਕ ਦੂਸਰੇ ਤੋਂ ਇੰਨੀ ਜ਼ਿਆਦਾ ਓਲਾ ਰੱਖ ਰਿਹਾ। ਬੈਂਕ ਅਕਾਊਂਟ ਸਾਂਝੇ ਹੋ ਸਕਦੇ ਨੇ, ਬੈਂਕ ਦੇ ਪਾਸਵਰਡ ਸਾਂਝੇ ਹੋ ਸਕਦੇ ਨੇ, ਬੈਂਕ ਤੋਂ ਇਲਾਵਾ ਹੋਰ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਕਾਮਨ ਹੋ ਸਕਦੀਆਂ ਨੇ। ਕਿਸੇ ਦੀ ਬਣਾਈ ਹੋਈ ਰੋਟੀ ਖਾ ਸਕਦੇ ਹਾਂ, ਮਗਰ ਅਸੀਂ ਕਿਸੇ ਨੂੰ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਆਪਣਾ ਫੋਨ ਦਾ ਜਾਂ ਆਪਣੇ ਲੌਗਇਨ ਦਾ ਪਾਸਵਰਡ ਨਹੀਂ ਦੇ ਸਕਦੇ। ਫਿਰ
ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਸਾਡੇ ਬੱਚੇ ਜਿਹੜੇ ਆ ਉਹ ਸਾਨੂੰ ਸੱਚ ਦੱਸਣ। ਉਹਨਾਂ ਨਾਲ ਕੋਈ ਅਗਰ ਐਸੀ ਕੋਈ ਚੀਜ਼ ਹੁੰਦੀ ਹੈ, ਕੋਈ ਵੀ ਗਲਤ ਹਰਕਤ ਹੁੰਦੀ ਹੈ, ਉਹ ਸਾਨੂੰ ਦੱਸਣ, ਕਿਉਂਕਿ ਅਸੀਂ ਉਹਨਾਂ ਦਾ ਵਿਸ਼ਵਾਸ ਜਿੱਤਣ ਵਿੱਚ ਫੇਲ ਹੋ ਚੁੱਕੇ ਹਾਂ। ਅਸੀਂ ਲੀਡ ਬਾਈ ਐਗਜ਼ਾਮਪਲ। ਅਸੀਂ ਘਰ ਦੇ ਵਿੱਚ ਆਪ ਅਗਰ ਇੰਟਰਨੈਟ ਐਡਿਕਟਡ ਹਾਂ ਤੇ ਸਾਡੇ ਬੱਚੇ ਡੈਫੀਨੇਟਲੀ ਜਿਹੜੇ ਆ ਉਹ ਐਡਿਕਟਡ ਹੋਣਗੇ। ਮਗਰ ਅਸੀਂ ਲਾਈਫ ਵੇਖੀ ਹੈ ਐਜ਼ ਪੇਰੈਂਟਸ, ਅਸੀਂ ਸ਼ਾਇਦ ਜਲਦੀ ਪਛਾਣ ਲਾਂਗੇ ਅਗਰ ਕੋਈ ਸਾਨੂੰ ਲਿਓਰ ਕਰ ਰਿਹਾ। ਮਗਰ ਛੋਟੇ ਬੱਚੇ ਜਿਹੜੇ ਆ ਉਹ ਇਸ ਚੀਜ਼ ਤੋਂ ਅਲਰਟ ਨਹੀਂ ਨੇ ਕਿ ਉਹਨਾਂ ਨੂੰ ਕੌਣ ਕਿੰਨਾ ਲਾਲਚ ਦੇ ਕੇ ਕੀ ਕਰਵਾ ਸਕਦਾ। ਇਹ ਇੱਕ ਬਹੁਤ ਵੱਡਾ ਕ੍ਰਾਈਮ ਜਿਹੜਾ ਆ 2020 ਤੋਂ ਬਾਅਦ ਕੋਵਿਡ-19 ਦੇ ਵਿੱਚ ਇਹਦੇ ਵਿੱਚ ਵਾਧਾ ਹੋਇਆ। ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਐਸੇ ਟਿਪਸ ਜਿਹੜੇ ਆ ਉਹ ਬੱਚਿਆਂ ਨਾਲ ਸ਼ੇਅਰ ਕਰੀਏ। ਸਾਨੂੰ ਬੱਚਿਆਂ ਨੂੰ ਪ੍ਰਾਈਵੇਸੀ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦੇਣ ਦੀ ਲੋੜ ਨਹੀਂ ਹੁੰਦੀ। ਬਹੁਤ ਸਾਰੇ ਘਰਾਂ ਦੇ ਵਿੱਚ ਐਸੇ ਸਿਸਟਮ ਬਣੇ ਹੋਏ ਨੇ ਜਿਹਦੇ ਨਾਲ ਇਹਦੇ ਉੱਤੇ ਤੁਸੀਂ ਬਹੁਤ ਨਜ਼ਰ ਰੱਖ ਸਕਦੇ ਹੋ। ਜੇ ਕਿਸੇ ਦੇ 2 ਬੱਚੇ ਨੇ, ਜੇ ਉਹਨਾਂ ਨੂੰ ਅਸੀਂ ਇਹ ਇਨਕਰੇਜ ਕਰਦੇ ਹਾਂ ਕਿ ਦੋਨਾਂ ਦਾ ਕਾਮਨ ਬੈਡਰੂਮ ਹੋਏ ਔਰ ਉਹਨਾਂ ਦਾ ਕਾਮਨ ਸਟੱਡੀ ਰੂਮ ਹੋਏ ਔਰ ਉਹ ਡੈਸਕਟਾਪ ਜਿਹੜਾ ਆ ਉਹਨਾਂ ਨੂੰ ਅਸੀਂ ਲੈ ਕੇ ਦਿੰਦੇ ਹਾਂ ਘਰ ਦੇ ਵਿੱਚ ਕੰਮ ਕਰਨ ਵਾਸਤੇ, ਜਾਂ ਅਸੀਂ ਕਦੀ ਵੀ ਇੱਕ ਫਰੈਂਡਲੀ ਤੌਰ ਤੇ ਜੇ ਆਪਣੀ ਜਿਹੜੀ ਆ ਇੰਟਰਨੈਟ ਹਿਸਟਰੀ ਜਿਹੜੀ ਆ ਸ਼ੇਅਰ ਕਰਵਾ ਸਕਦੇ ਹਾਂ, ਉਹਨਾਂ ਦੀ ਵੀ ਤੁਸੀਂ ਇੰਟਰਨੈਟ ਹਿਸਟਰੀ ਚੈੱਕ ਕਰ ਸਕਦੇ ਹੋ। ਕਦੀ ਵੀ ਤੁਸੀਂ ਇਹ ਵੇਖ ਸਕਦੇ ਹੋ ਕਿ ਉਹਨਾਂ ਨੇ ਵਾਈਫਾਈ ਜਿਹੜਾ ਆ ਉਹ ਕਿੱਥੇ ਯੂਜ਼ ਕੀਤਾ ਹੈ। ਸਾਨੂੰ ਟੈਕਨੋਲੋਜੀ ਸਿੱਖਣੀ ਪਏਗੀ ਅਗਰ ਅਸੀਂ ਅੱਜ ਆਪਣੇ ਬੱਚਿਆਂ ਨੂੰ ਸੇਫ ਰੱਖਣਾ ਹੈ। ਅਕਸਰ ਉਹ ਬੱਚੇ ਜਿਹੜੇ ਆ ਉਹ ਸਾਈਬਰ ਕ੍ਰਾਈਮ ਦੇ ਸ਼ਿਕਾਰ ਹੁੰਦੇ ਨੇ ਜਿਨ੍ਹਾਂ ਦੇ ਮਾਂ-ਬਾਪ ਜਿਹੜੇ ਨੇ ਉਹ ਇੰਨੇ ਅਲਰਟ ਨਹੀਂ ਨੇ ਜਿੰਨੀ ਕਿ ਅੱਜ ਦੇ ਦਿਨ 'ਚ ਟੈਕਨੋਲੋਜੀ ਨਾਲ ਅਲਰਟਨੈਸ ਹੋਣੀ ਚਾਹੀਦੀ ਹੈ। ਕਿਹੜੀ ਐਪ ਕੀ ਉਹਨਾਂ ਦੇ ਬਾਰੇ ਦੱਸ ਰਹੀ ਹੈ, ਕਿਹੜੀ ਐਪ ਉਹਨਾਂ ਨੂੰ ਲਿਓਰ ਕਰ ਸਕਦੀ ਹੈ, ਕਿਹੜੀ ਐਪ ਜਿਹੜੀ ਆ ਉਹ ਉਹਨਾਂ ਨੂੰ ਸ਼ਿਕਾਰ ਬਣਾ ਸਕਦੀ ਹੈ ਕਿਸੇ ਸਾਈਬਰ ਕ੍ਰਾਈਮ ਦੇ, ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਆਪਣੇ ਬੱਚਿਆਂ ਨੂੰ ਔਰ ਸਾਨੂੰ ਵੀ ਇਹ ਜ਼ਿੰਮੇਵਾਰੀ ਹੈ ਕਿ ਸਾਨੂੰ ਨੌਲੇਜ ਹੋਏ ਕਿ ਅਗਰ ਕੋਈ ਸਾਈਬਰ ਕ੍ਰਾਈਮ ਹੁੰਦਾ ਆ ਤਾਂ ਬੱਚਾ ਉੱਥੇ ਕਿੱਥੇ ਰਿਪੋਰਟ ਕਰ ਸਕਦਾ। ਬਹੁਤ ਸਾਰੀਆਂ ਐਸੀਆਂ ਸਾਈਟਸ ਨੇ ਜਿਵੇਂ ਕੇਕ ਐਪ, ਇੱਕ ਐਪ ਬਣੀ ਸੀਗੀ, ਬੱਚਿਆਂ ਨੇ ਬਹੁਤ ਯੂਜ਼ ਕੀਤੀ ਹੈ। ਉਹਦੇ ਵਿੱਚ ਤੁਸੀਂ ਲਾਈਵ ਸਟਰੀਮ ਕਰ ਸਕਦੇ ਹੋ ਵੀਡੀਓਜ਼। ਬੱਚਿਆਂ ਨੂੰ ਜ਼ਰੂਰ ਐਜੂਕੇਟ ਕਰਨਾ ਚਾਹੀਦਾ ਕਿ ਜਿੱਥੇ ਵੀ ਵੀਡੀਓਜ਼ ਲਾਈਵ ਸਟਰੀਮ ਹੁੰਦੇ ਨੇ ਉਹ ਸਿਕਿਉਰ ਸਾਈਟਸ ਨਹੀਂ ਹੋ ਸਕਦੀਆਂ। ਉਹਦੇ ਵਿੱਚ ਤੁਹਾਡੀ ਕੋਈ ਵੀ ਚੀਜ਼ ਜਿਹੜੀ ਆ ਉਹ ਰਿਕਾਰਡ ਹੋ ਸਕਦੀ ਹੈ। ਬੱਚਿਆਂ ਨੂੰ ਦੱਸਣਾ ਸਾਡਾ ਜ਼ਿੰਮੇਵਾਰੀ ਹੈ ਤਾਂ ਕਿ ਬੱਚੇ ਜਿਹੜੇ ਆ ਉਹਨਾਂ ਦਾ ਕੋਈ ਨਜਾਇਜ਼ ਫਾਇਦਾ ਜਿਹੜਾ ਉਹ ਨਾ ਲੈ ਸਕੇ। ਔਰ ਜੋ 2020 ਦੇ ਵਿੱਚ ਟ੍ਰੈਂਡ ਬਣਿਆ ਹੈ ਬਹੁਤ ਜ਼ਿਆਦਾ ਚਾਈਲਡ ਪੋਰਨੋਗ੍ਰਾਫੀ ਦਾ, ਹੋਰ ਐਸੇ ਸੈਕਸੁਅਲ ਮਿਸਕੰਡਕਟ, ਸੈਕਸਟੋਰਸ਼ਨ ਜਿਹੜਾ ਇੱਕ ਨਵਾਂ ਟਰਮੀਨੋਲੋਜੀ ਨਿਕਲੀ ਹੈ ਜਿਹਦੇ ਵਿੱਚ ਗਲਤ ਹਰਕਤ ਬੱਚਿਆਂ ਤੋਂ ਕਰਵਾ ਕੇ ਪੈਸੇ ਜਿਹੜੇ ਆ ਉਹਦੇ 'ਚ ਐਕਸਟੋਰਸ਼ਨ ਕੀਤੀ ਜਾਂਦੀ ਆ, ਧਮਕੀਆਂ ਦਿੱਤੀਆਂ ਜਾਂਦੀਆਂ ਨੇ, ਬੁਲਿੰਗ ਕੀਤੀ ਜਾਂਦੀ ਆ ਉਹਨਾਂ ਦੀ। ਉਹਦੇ ਬਾਅਦ ਉਹਨਾਂ ਨੂੰ ਥ੍ਰੈਟ ਮਿਲਦੇ ਨੇ ਔਨਲਾਈਨ ਕਿ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਆ, ਉਹਨਾਂ ਦੇ ਵੀਡੀਓਜ਼ ਜਿਹੜੇ ਆ ਅੱਗੇ ਸ਼ੇਅਰ ਹੋ ਜਾਣਗੇ। ਉਹ ਤੋਂ ਅਸੀਂ ਆਪਣੇ ਬੱਚਿਆਂ ਨੂੰ ਬਚਾ ਸਕਦੇ ਹਾਂ। ਬਹੁਤ ਸਾਰੀਆਂ ਐਸੀਆਂ ਓਨੈਸਟੀ ਐਪਸ ਕਰਕੇ ਬਣੀਆਂ ਨੇ ਜਿੱਥੇ ਕਿ ਆਫਰ ਕੀਤੀਆਂ ਜਾਂਦੀਆਂ ਨੇ ਕਿ ਬੱਚੇ ਜਿਹੜੇ ਆ ਕੋਈ ਵੀ ਸਵਾਲ ਪੁੱਛ ਸਕਦੇ ਆ। ਐਸੀਆਂ ਹੀ ਐਪਸ ਦੇ ਵਿੱਚ ਟਰਸਟ ਜਿੱਤ ਕੇ, ਬੱਚਿਆਂ ਦਾ ਟਰਸਟ ਬਣਾ ਕੇ ਉਹਨਾਂ ਨੂੰ ਮਿਲਣ ਵਾਸਤੇ ਮਜਬੂਰ ਕੀਤਾ ਜਾਂਦਾ ਹੈ, ਉਹਨਾਂ ਨੂੰ ਆਫਰਸ ਕੀਤੀਆਂ ਜਾਂਦੀਆਂ ਨੇ ਔਰ ਬੱਚੇ ਅਕਸਰ ਉਹਦਾ ਸ਼ਿਕਾਰ ਹੋ ਜਾਂਦੇ ਨੇ। ਸਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ, ਸਾਡੇ ਬੱਚਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਜਿੱਥੇ ਕਿ RCMP ਹੋਰ ਜਿਹੜੇ ਰੀਜਨਲ ਪੁਲਿਸ ਉਹਨਾਂ ਦੇ ਵੈਬਸਾਈਟ ਦੇ ਉੱਤੇ ਤੁਸੀਂ ਤੁਹਾਡੇ ਨਾਲ ਜਾਂ ਤੁਹਾਡੇ ਬੱਚੇ ਦੇ ਨਾਲ ਅਗਰ ਕੋਈ ਸਾਈਬਰ ਕ੍ਰਾਈਮ ਹੁੰਦਾ ਹੈ, ਐਸਾ ਕੋਈ ਐਸੀ ਹਰਕਤ ਹੁੰਦੀ ਹੈ ਤਾਂ ਉਹ ਰਿਪੋਰਟ ਕਰ ਸਕਦੇ ਆ। ਨਾਲ ਹੀ cybertip.ca ਜਿਹੜੀ ਇੱਕ ਆਰਗੇਨਾਈਜੇਸ਼ਨ ਹੈ, ਉਹਦੀ ਵੈਬਸਾਈਟ ਵੀ ਹੈ cybertip.ca। ਉੱਥੇ ਜਾ ਕੇ ਤੁਸੀਂ ਆਪਣੇ ਨਾਲ ਜੋ ਵੀ ਚੀਜ਼ ਹੁੰਦੀ ਹੈ ਅਸੀਂ ਉਹਦੇ ਸਬਮਿਟ ਕਰ ਸਕਦੇ ਹੋ। ਔਰ ਬਹੁਤ ਸਾਰੀਆਂ ਐਸੀਆਂ ਏਜੰਸੀਜ਼ ਨੇ ਜਿੱਥੇ ਕਿ ਸੂਡੋ ਆਈਡੀਜ਼ ਜਿਹੜੀਆਂ ਨੇ, ਨਕਲੀ ਆਈਡੀਜ਼ ਬਣਾ ਕੇ ਐਸੇ ਲੋਕਾਂ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਜਿਹੜੇ ਕਿ ਬੱਚਿਆਂ ਨੂੰ ਲਿਓਰ ਕਰਦੇ ਨੇ, ਜਿਹੜੇ ਕਿ ਤੁਹਾਡੇ ਬੱਚਿਆਂ ਨੂੰ ਲਿਓਰ ਕਰਕੇ ਗਲਤ ਹਰਕਤਾਂ ਕਰਾਉਂਦੇ ਨੇ, ਜਿਹੜੇ ਉਹਨਾਂ ਨੂੰ ਡਰੱਗ 'ਚ ਪਾਉਂਦੇ ਨੇ ਜਾਂ ਉਹਨਾਂ ਤੋਂ ਡਰੱਗ ਟਰੈਫਿਕਿੰਗ ਕਰਾਉਂਦੇ ਨੇ ਜਾਂ
ਪੈਸੇ ਵਾਸਤੇ ਉਹਨਾਂ ਤੋਂ ਕੁਝ ਵੀ ਕਰਾਉਂਦੇ ਨੇ। ਇਹ ਸਾਡੀ ਐਜ਼ ਪੇਰੈਂਟਸ ਜ਼ਿੰਮੇਵਾਰੀ ਹੈ ਕਿ ਅਸੀਂ ਅਲਰਟ ਹੋਈਏ ਆਪ। ਔਰ ਸਾਊਥ ਏਸ਼ੀਅਨ ਭਾਈਚਾਰੇ ਦੀ ਬੜੀ ਵੱਡੀ ਕਮਜ਼ੋਰੀ ਹੈ ਕਿ ਅਸੀਂ ਸਿਰਫ ਆਪਣੇ ਆਪ ਨੂੰ ਐਜ਼ ਪੇਰੈਂਟਸ ਫੇਸਬੁੱਕ ਤੱਕ ਜਾਂ ਥੋੜ੍ਹੇ ਬਹੁਤ ਵਟਸਐਪ ਸੋਸ਼ਲ ਮੀਡੀਆ ਤੱਕ ਹੀ ਲਿਮਿਟ ਰੱਖਦੇ ਹਾਂ। ਅਸੀਂ ਆਪਣੇ ਆਪ ਨੂੰ ਨਵੀਆਂ ਐਪਸ ਕੀ ਆ ਰਹੀਆਂ ਨੇ, ਸਾਈਬਰ ਕ੍ਰਾਈਮ ਬੱਚਿਆਂ ਸਾਡਿਆਂ ਦੇ ਨਾਲ ਕੀ ਤਰ੍ਹਾਂ ਹੋ ਰਿਹਾ ਹੈ, ਉਹਨਾਂ ਨੂੰ ਅਸੀਂ ਅਵੇਅਰ ਨਹੀਂ ਕਰਾਉਂਦੇ, ਅਸੀਂ ਉਹਨਾਂ ਨੂੰ ਜਾਣਕਾਰੀ ਨਹੀਂ ਦਿੰਦੇ। ਅਸੀਂ ਆਪਣੇ ਯੰਗ ਬੱਚਿਆਂ ਨੂੰ ਇਹ ਜਾਣਕਾਰੀ ਨਹੀਂ ਦੇ ਰਹੇ ਕਿ ਉਹਨਾਂ ਦੇ ਨਾਲ ਇੱਕ ਸਟ੍ਰੇਂਜਰ ਕੀ ਕਰ ਸਕਦਾ ਹੈ ਔਰ ਉਹਦੇ ਸਾਰੀ ਉਮਰ ਲਾਈਫ ਲੌਂਗ ਉਹਨਾਂ ਨੂੰ ਨੁਕਸਾਨ ਕੀ ਹੋ ਸਕਦੇ ਨੇ। ਮਗਰ ਉਹ ਕਰਨ ਵਾਸਤੇ ਸਾਨੂੰ ਲੀਡ ਬਾਈ ਐਗਜ਼ਾਮਪਲ ਕਰਨਾ ਪਏਗਾ। ਸਾਨੂੰ ਆਪ ਇੰਟਰਨੈਟ ਐਡਿਕਸ਼ਨ ਜਿਹੜੀ ਆ ਉਹ ਛੱਡਣੀ ਪਏਗੀ। ਸਾਨੂੰ ਆਪ ਉਹਨਾਂ ਦੇ ਨਾਲ ਕੁਆਲਿਟੀ ਟਾਈਮ ਜਿਹੜਾ ਆ ਉਹ ਸਪੈਂਡ ਕਰਨਾ ਪਏਗਾ। ਔਰ ਇੱਥੋਂ ਤੱਕ ਕਿ ਨਵੇਂ ਟ੍ਰੈਂਡ ਜਿਹੜੇ ਆ ਉਹ ਵੀ ਸ਼ੁਰੂ ਹੋ ਚੁੱਕੇ ਆ। ਜੌਬ ਆਫਰਸ, ਸਮਰ ਜੌਬਸ ਲਈ ਬਹੁਤ ਸਾਰੇ ਐਸੇ ਫੇਕ ਜੌਬ ਏਜੰਸੀਜ਼ ਬਣੀਆਂ ਹੋਈਆਂ ਨੇ। ਜੌਬ ਆਫਰਸ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਬੱਚਿਆਂ ਨੂੰ ਔਰ ਇੰਟਰਵਿਊ 'ਤੇ ਸੱਦਿਆ ਜਾਂਦਾ। ਬੱਚੇ ਜਿਹੜੇ ਆ ਉਹ ਕਈ ਵਾਰ ਐਸੇ ਵੀ ਸ਼ਿਕਾਰ ਹੋਏ ਨੇ ਕਿ ਜਿਹੜੇ ਇੰਟਰਵਿਊ ਦੇਣ ਜਾਣ ਵਾਸਤੇ ਮਾਂ-ਬਾਪ ਨੂੰ ਦੱਸ ਕੇ ਨਹੀਂ ਜਾਂਦੇ। ਉਹਨਾਂ ਨੂੰ ਇਹ ਲੱਗਦਾ ਕਿ ਕਿਤੇ ਮੈਂ ਰਹਿ ਗਿਆ ਇੰਟਰਵਿਊ ਵਿੱਚ ਅਤੇ ਸ਼ਾਇਦ ਮੇਰੇ ਪੇਰੈਂਟਸ ਜਿਹੜੇ ਆ ਉਹ ਇਹਨੂੰ ਮੇਰੀ ਇਨਸਲਟ ਹੋਏਗੀ ਔਰ ਮੈਂ ਇਹਨਾਂ ਨੂੰ ਆ ਕੇ ਆਪਣੇ ਪੇਰੈਂਟਸ ਨੂੰ ਸਡਨਲੀ ਉਦੋਂ ਹੀ ਦੱਸੂਗਾ ਜਦੋਂ ਮੈਨੂੰ ਜੌਬ ਆਫਰ ਮਿਲੇਗੀ। ਔਰ ਸ਼ਾਇਦ ਅਸੀਂ ਉਹ ਚੀਜ਼ਾਂ ਸੁਣ ਵੀ ਨਹੀਂ ਸਕਦੇ ਕਿ ਉਸ ਜੌਬ ਇੰਟਰਵਿਊਜ਼ ਦੇ ਬਹਾਨੇ ਉਹਨਾਂ ਨੂੰ ਪੈਸੇ ਆਫਰ ਕਰਕੇ ਉੱਥੇ ਕਿਵੇਂ ਰਿਕਾਰਡਿੰਗਸ ਬਣਦੀਆਂ ਨੇ। ਇਸ ਚੀਜ਼ ਦੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਐਸੇ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਸੁਣੀਏ। ਸਾਈਬਰ ਕ੍ਰਾਈਮ ਦੇ ਉੱਤੇ ਸਿਰਫ ਇੱਕ ਮਨੀ ਲਾਂਡਰਿੰਗ ਜਾਂ ਤੁਹਾਡੇ ਨਾਲ ਕ੍ਰੈਡਿਟ ਕਾਰਡ ਦਾ ਫਰਾਡ ਹੋ ਗਿਆ, ਉੱਥੋਂ ਤੱਕ ਆਪਣੇ ਆਪ ਨੂੰ ਲਿਮਿਟ ਨਾ ਕਰੀਏ। ਇਹ ਜ਼ਰੂਰ ਸੋਚੀਏ ਕਿ ਸਾਡੇ ਘਰ ਦੇ ਵਿੱਚ ਸਾਡਾ ਬੱਚਾ, ਉਹਦੇ ਨਾਲ ਸਾਈਬਰ ਕ੍ਰਾਈਮ ਕੀ ਕਰ ਸਕਦਾ, ਕ੍ਰਿਮੀਨਲ ਕੀ ਕਰ ਸਕਦੇ ਨੇ, ਸਾਡੇ ਬੱਚੇ ਦੀ ਜ਼ਿੰਦਗੀ ਕਿਵੇਂ ਬਰਬਾਦ ਕਰ ਸਕਦੇ ਨੇ ਔਰ ਉਹਦੇ ਵਿੱਚ ਬਹੁਤ ਸਾਰਾ ਦੋਸ਼ ਜਿਹੜਾ ਹੈ ਉਹ ਸਾਡਾ ਹੋਏਗਾ। ਸਾਡਾ ਜ਼ਿੰਮੇਵਾਰੀ ਹੈ ਕਿ ਬੱਚੇ ਨੂੰ ਸ਼ੁਰੂ ਤੋਂ ਇਹਦੇ ਵਿੱਚ ਪ੍ਰਾਈਵੇਸੀ, ਬੱਚੇ ਨੂੰ ਇਹ ਦੱਸਣਾ ਕਿ ਇਹ ਤੁਹਾਡਾ ਕਮਰਾ ਆ। ਜਿਹਨੂੰ 2 ਬੱਚੇ ਹੈ ਉਹਨਾਂ ਨੂੰ ਵੱਖਰੇ ਬੈੱਡਰੂਮ ਦੇ ਦੇਣੇ। ਇਹ ਸ਼ੁਰੂਆਤ ਉੱਥੋਂ ਹੁੰਦੀ ਹੈ ਜਿੱਥੇ ਕਿ ਬੱਚਾ ਆਪਣੇ ਆਪ ਨੂੰ ਵੱਖਰਾ ਔਰ ਓਹਲਾ ਕਰਨਾ ਸਿੱਖ ਲੈਂਦਾ। ਉੱਥੇ ਬੱਚੇ ਆਪਣੇ ਆਪ ਨੂੰ ਬਚਾ ਕੇ ਰੱਖਦੇ ਨੇ ਜਿੱਥੇ ਕਿ ਕਾਮਨ ਉਹਨਾਂ ਦਾ ਬੈੱਡਰੂਮ ਹੁੰਦਾ ਆਪਣੇ ਸਿਬਲਿੰਗਸ ਦੇ ਨਾਲ, ਉਹਨਾਂ ਦੇ ਕਾਮਨ ਵਾਸ਼ਰੂਮ ਹੁੰਦੇ ਆ, ਉਹਨਾਂ ਦਾ ਕਾਮਨ ਸਟੱਡੀ ਰੂਮ ਹੁੰਦਾ। ਔਰ ਜੇ ਇੰਨਾ ਵਿਸ਼ਵਾਸ ਜਿਹੜਾ ਆ ਉਹ ਮਾਂ-ਬਾਪ ਦੇ ਨਾਲ ਉਹਨਾਂ ਦਾ ਬਣਿਆ ਹੋਏ ਕਿ ਉਹ ਮਾਂ-ਬਾਪ ਦੇ ਲੌਗਇਨ ਚੈੱਕ ਉਹਨਾਂ ਨੂੰ ਪਤਾ ਹੋਏ, ਉਹਨਾਂ ਨੂੰ ਉਹਦੇ ਪਾਸਵਰਡ ਪਤਾ ਹੋਏ। ਇਸ ਕਰਕੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਜਦੋਂ ਤੁਸੀਂ ਗਰੂਮ ਕਰਦੇ ਹੋ, ਪੈਰੈਂਟਿੰਗ ਕਰਦੇ ਹੋ, ਉਹਨਾਂ ਨੂੰ ਸ਼ੇਅਰ ਕਰਨਾ, ਐਸੀ ਇਨਫੋਰਮੇਸ਼ਨ ਜਿਹੜੀ ਆ ਉਹਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਕੌਨਫੀਡੈਂਸ ਬਣਿਆ ਰਹੇ ਔਰ ਉਹ ਆਪਣੇ ਆਪ ਨੂੰ ਸਟ੍ਰੇਂਜਰ ਦੇ ਹਵਾਲੇ ਨਾ ਕਰਨ, ਬਜਾਏ ਕਿ ਉਹ ਤੁਹਾਡੇ ਨਾਲ ਆ ਕੇ ਆਪਣੀਆਂ ਗੱਲਾਂ ਜਿਹੜੀਆਂ ਨੇ ਉਹ ਸ਼ੇਅਰ ਕਰ ਸਕਣ। ਕੁਝ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹ ਬਾਹਰ ਆਈਆਂ ਨੇ ਔਰ ਉਹ ਅਸੀਂ ਇਸ ਪ੍ਰੋਗਰਾਮ ਦੇ ਉੱਤੇ ਸ਼ੇਅਰ ਕਰ ਸਕਦੇ ਹਾਂ। ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਆ ਕਿ ਸਾਨੂੰ ਅਵੇਅਰਨੈਸ ਜਿਹੜੀ ਆ ਬੱਚੇ ਨੂੰ ਜ਼ਰੂਰ ਦੇਣੀ ਚਾਹੀਦੀ ਹੈ। ਔਰ ਗਵਰਨਮੈਂਟ ਆਫ ਕੈਨੇਡਾ ਨੇ 22.4 ਮਿਲੀਅਨ ਸਿਰਫ ਇਸ ਅਵੇਅਰਨੈਸ ਵਾਸਤੇ ਫੰਡਸ ਅਲਾਟ ਕੀਤੇ ਨੇ ਪਬਲਿਕ ਸੇਫਟੀ ਦੇ ਵਾਸਤੇ ਤਾਂ ਕਿ ਇਸ ਪ੍ਰੋਬਲਮ ਨੂੰ ਸੋਲਵ ਕੀਤਾ ਜਾ ਸਕੇ। ਗਵਰਨਮੈਂਟ ਅਲਰਟ ਹੈ, RCMP ਅਲਰਟ ਹੈ, ਪੁਲਿਸ ਫੋਰਸਿਸ ਅਲਰਟ ਨੇ, ਮਗਰ 2 ਲੋਕ ਅਲਰਟ ਨਹੀਂ ਨੇ। ਇੱਕ ਸਾਡੇ ਬੱਚੇ ਔਰ ਦੂਸਰੇ ਅਸੀਂ ਜੋ ਉਹਨਾਂ ਦੇ ਮਾਂ-ਬਾਪ। ਸਾਨੂੰ ਇਸ ਚੀਜ਼ ਦੀ ਅਵੇਅਰਨੈਸ ਬਹੁਤ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਏ ਕਿ ਸਾਡੇ ਬੱਚੇ ਜਿਹੜੇ ਹੈ ਉਹ ਸੇਫ ਰਹਿਣ। ਸਭ ਤੋਂ ਵੱਡੇ ਲਾਸਟ ਫਿਊ ਟਿਪਸ, ਤੁਹਾਡੇ ਬੱਚੇ ਅਗਰ ਆਪਣੇ ਪਾਸਵਰਡਸ ਲੁਕਾਉਂਦੇ ਨੇ, ਤੁਹਾਡੇ ਬੱਚੇ ਤੁਹਾਡੇ ਸਾਹਮਣੇ ਅਗਰ ਕੰਫਰਟੇਬਲ ਨਹੀਂ ਨੇ ਕੋਈ ਵੀ ਚੀਜ਼ ਇੰਟਰਨੈਟ 'ਤੇ ਕਰਨ ਵਾਸਤੇ, ਤੁਹਾਡੇ ਬੱਚੇ ਅਗਰ ਬੈੱਡਰੂਮਸ ਦੇ ਦਰਵਾਜ਼ੇ ਬੰਦ ਕਰਕੇ ਪੜ੍ਹਨਾ ਪਸੰਦ ਕਰਦੇ ਨੇ, ਤੁਹਾਡੇ ਬੱਚੇ ਅਗਰ ਗੈਜਟਸ ਜਿਹੜੀਆਂ ਨੇ ਉਹ ਵਾਸ਼ਰੂਮ 'ਚ ਲੈ ਕੇ ਜਾਂਦੇ ਨੇ ਔਰ
ਦੇਰ ਲਾਉਂਦੇ ਨੇ ਇੱਕ ਨਾਰਮਲ ਟਾਈਮ ਤੋਂ ਜ਼ਿਆਦਾ, ਤੇ ਤੁਹਾਨੂੰ ਅਲਰਟ ਹੋਣਾ ਚਾਹੀਦਾ। ਇਹ ਰਿਵਾਜ ਬੜੇ ਚੰਗੇ ਨੇ ਸਲੀਪ ਓਵਰਸ ਦੇ, ਇਹ ਰਿਵਾਜ ਵੀ ਬਹੁਤ ਚੰਗੇ ਨੇ। ਅਸੀਂ ਕਈ ਵਾਰ ਬਹੁਤ ਮਾਣ ਨਾਲ ਇਹ ਗੱਲ ਕਰਦੇ ਹਾਂ ਕਿ ਸਾਨੂੰ ਆਪਣੇ ਬੱਚੇ 'ਤੇ ਬੜਾ ਕੌਨਫੀਡੈਂਸ ਹੈ, ਅਸੀਂ ਬੱਚਾ ਸਾਡਾ ਰਾਤ ਨੂੰ ਕਿਤੇ ਵੀ ਜਾ ਕੇ ਰਹਿ ਰਿਹਾ, ਕਿਸੇ ਕੋਲ ਵੀ ਜਾ ਕੇ ਰਹਿ ਰਿਹਾ, ਇੱਕ ਵਾਰੀ ਰਹਿਣਾ ਇਜ਼ ਗੁੱਡ। ਪਰ ਜੇ ਤੁਹਾਨੂੰ ਲੱਗੇ ਕਿ ਬੱਚਾ ਇੱਕ ਟਰੈਂਡ ਬਣਾ ਰਿਹਾ ਔਰ ਉਹਨੂੰ ਰੋਕਣ ਦੇ ਉੱਤੇ ਉਹ ਅਗਰੈਸ਼ਨ ਸ਼ੋ ਕਰ ਰਿਹਾ, ਸੋ ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਦੇਰ ਇਜ਼ ਸਮਥਿੰਗ ਟੈਂਪਟਿੰਗ। ਕਿਉਂਕਿ ਜਿਹੜੀ ਲੜਕੀਆਂ ਦੀ ਮੈਂ ਐਗਜ਼ਾਮਪਲ ਦਿੱਤੀ, ਉਹਨਾਂ ਦੇ ਘਰ ਦੇ ਵੀ ਸ਼ਾਇਦ ਇਹੀ ਸੋਚ ਰਹੇ ਸੀਗੇ ਕਿ ਉਹ ਇੱਕ ਕਿਸੇ ਆਪਣੇ ਫਰੈਂਡ ਦੇ ਨਾਲ ਕਾਟੇਜ 'ਚ ਗਈਆਂ ਨੇ, ਮਗਰ ਆਈਸਿਸ ਨੇ ਉਹਨਾਂ ਨੂੰ ਇਨਰੋਲ ਕਰਕੇ ਏਅਰ ਟਿਕਟ ਭੇਜ ਕੇ ਔਰ ਇਸਤਾਨਬੁਲ ਤੱਕ ਉਹਨਾਂ ਨੂੰ ਲੈਂਡ ਕਰਵਾਤਾ। ਇਹ ਸਾਨੂੰ ਉਦਾਹਰਨ ਦੇ ਤੌਰ 'ਤੇ ਦਿਮਾਗ ਵਿੱਚ ਜ਼ਰੂਰ ਚੀਜ਼ ਰੱਖਣੀ ਚਾਹੀਦੀ ਹੈ ਕਿ ਇਹ ਕਿਸੇ ਬੱਚੇ ਨਾਲ ਵੀ ਹਰਕਤ ਹੋ ਸਕਦੀ ਹੈ। ਸਾਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਹਜ਼ਾਰਾਂ ਟੈਰਾਬਾਈਟ ਚਾਈਲਡ ਪੋਰਨੋਗ੍ਰਾਫੀ ਜਿਹੜੀ ਆ ਉਹ ਇੱਕ GTA ਦੇ ਵਿੱਚ ਹੀ ਇੰਨੇ ਦੇਸ਼ਾਂ ਦੀ ਪੁਲਿਸ ਨੇ ਲੱਭੀ ਹੈ, ਫੜੀ ਹੈ, ਔਰ ਬਹੁਤ ਵੱਡਾ ਰੈਕਟ ਜਿਹੜਾ ਸੀਗਾ ਉਹਨਾਂ ਨੇ ਉਹਨੂੰ ਅਰੈਸਟ ਕੀਤਾ। ਉਹਦੇ ਵਿੱਚ ਕਿੰਨੇ ਬੱਚੇ ਸ਼ਾਮਿਲ ਹੋਣਗੇ, ਉਹਦੇ ਵਿੱਚ ਕਿੰਨੇ ਪਰਿਵਾਰ ਜਿਹੜੇ ਆ ਉਹ ਇਫੈਕਟਡ ਹੋਣਗੇ, ਉਹਦੀ ਜਾਣਕਾਰੀ ਸ਼ਾਇਦ ਸਾਡੇ ਕੋਲ ਹੈ ਨਹੀਂ, ਔਰ ਨਾ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਔਰ ਇਮੈਜਿਨ ਕਿ ਜੋ ਬੱਚੇ ਉਹਦੇ 'ਚ ਇਫੈਕਟਡ ਨੇ, ਉਹਨਾਂ ਦੀ ਪੂਰੀ ਜ਼ਿੰਦਗੀ ਜਿਹੜੀ ਆ ਉਸ ਇੱਕ ਗਲਤੀ ਕਾਰਨ ਖਰਾਬ ਹੋ ਸਕਦੀ ਹੈ। ਫਰਦਰ ਟਿਪਸ ਮਾਂ ਬਾਪ ਲਈ ਇਹ ਨੇ ਕਿ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਸ਼ੁਰੂ ਤੋਂ ਇਨਕਰੇਜ ਕਰੋ ਕਿ ਤੁਸੀਂ ਡੈਸਕਟਾਪ ਜਿਹੜਾ ਆ ਘਰ ਦੇ ਵਿੱਚ ਯੂਜ਼ ਕਰਨ। ਕੋਸ਼ਿਸ਼ ਕਰੋ ਕਿ ਉਹ ਟੇਬਲ ਦੇ ਉੱਤੇ, ਸਟੱਡੀ ਟੇਬਲ ਦੇ ਉੱਤੇ ਬੈਠ ਕੇ ਪੜ੍ਹਨ। ਕੋਸ਼ਿਸ਼ ਕਰੋ ਕਿ ਡਾਈਨਿੰਗ ਟੇਬਲ ਦੇ ਉੱਤੇ ਵਿਜ਼ਡਮ ਜਿਹੜੀ ਹੈ ਉਹ ਸ਼ੇਅਰ ਕੀਤੀ ਜਾਏ, ਫੈਮਿਲੀ ਰੂਮ 'ਚ ਜਿਹੜੀ ਹੈ ਵਿਜ਼ਡਮ ਸ਼ੇਅਰ ਕੀਤੀ ਜਾਏ, ਸਾਈਬਰ ਕ੍ਰਾਈਮ ਦੀਆਂ ਗੱਲਾਂ ਹੋਣ। ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਅਲਰਟ ਕਰੋ, ਉਹਨਾਂ ਨੂੰ ਦੱਸੋ ਕਿ ਤੁਹਾਡੇ ਆਸ-ਪਾਸ ਦੇ ਮਿੱਤਰ, ਦੋਸਤ, ਹੋਰ ਵੀ ਚਾਹੇ ਕਜ਼ਨਸ ਹੋਣ, ਉਹ ਵੀ ਤੁਹਾਨੂੰ ਅਗਰ ਐਸੀ ਕੋਈ ਲਿਓਰਿੰਗ ਚੀਜ਼ ਦਿੰਦੇ ਨੇ, ਅਗਰ ਤੁਹਾਡੇ ਤੋਂ, ਕਿਉਂਕਿ ਜਿਹੜੇ ਐਸੇ ਕ੍ਰਾਈਮ ਕਰਨ ਵਾਲੇ ਲੋਕ ਨੇ ਉਹ ਇੱਕ ਜਾਣੇ ਨੂੰ ਟਰੈਪ ਕਰਨ ਤੋਂ ਬਾਅਦ ਉਹਨਾਂ ਨੂੰ ਫਰਦਰ ਥ੍ਰੈਟ ਕਰਕੇ, ਲਿਓਰ ਕਰਕੇ ਉਹ ਉਹਨਾਂ ਤੋਂ, ਉਹਨਾਂ ਦੇ ਨਾਲ ਦੇ ਜਿਹੜੇ ਟੀਨੇਜਰ ਕਜ਼ਨਸ ਨੇ, ਫਰੈਂਡਸ ਨੇ, ਉਹਨਾਂ ਤੋਂ ਵੀਡੀਓਜ਼ ਬਣਾਉਂਦੇ ਨੇ। ਇਹ ਬੜੀਆਂ ਕਠੋਰ ਗੱਲਾਂ ਨੇ ਜਿਹੜੀਆਂ ਅਸੀਂ ਅੱਜ ਸ਼ੇਅਰ ਕਰ ਰਹੇ ਹਾਂ ਤੁਹਾਡੇ ਦੇ ਨਾਲ, ਮਗਰ ਇਹ ਗੱਲਾਂ ਹੋ ਰਹੀਆਂ ਨੇ, ਸਮਾਜ 'ਚ ਹੋ ਰਹੀਆਂ ਨੇ, ਕੈਨੇਡਾ 'ਚ ਹੋ ਰਹੀਆਂ ਨੇ, ਸਾਡੇ ਆਲੇ ਦੁਆਲੇ ਹੋ ਰਹੀਆਂ ਨੇ, ਹੋ ਸਕਦਾ ਸਾਡੇ ਘਰਾਂ 'ਚ ਵੀ ਹੋ ਰਹੀਆਂ ਹੋਣ। ਉਹ ਐਸਾ ਵਿਸ਼ਵਾਸ ਜਿੱਤਦੇ ਨੇ ਕਿ ਉਹ ਵੀਡੀਓਜ਼ ਬਣਾਉਂਦੇ ਨੇ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਕਰਦੇ ਨੇ ਜਿਹੜੇ ਬੱਚੇ ਇਹ ਸੋਚ ਕੇ ਕਿ ਸ਼ਾਇਦ ਇਹ ਮੇਰਾ ਕਜ਼ਨ ਹੈ, ਮੈਂ ਉਹਦੇ ਨਾਲ ਕਰ ਰਿਹਾ ਜਾਂ ਕਰ ਰਹੀ ਹਾਂ, ਇਹ ਮੇਰਾ ਦੋਸਤ ਹੈ ਜਾਂ ਮੈਂ ਉਹਦੇ ਨਾਲ ਕਰ ਰਿਹਾ ਜਾਂ ਕਰ ਰਹੀਆਂ ਨੇ, ਔਰ ਉਹਦੇ ਬਾਅਦ ਉਹਦੇ ਪੈਸੇ ਜਿਹੜੇ ਆ ਕਿਸੇ ਨੂੰ ਵਸੂਲ ਹੁੰਦੇ ਨੇ, ਔਰ ਉਹ ਜਿਨ੍ਹਾਂ ਲੋਕਾਂ ਕੋਲ ਜਾਂਦੇ ਨੇ ਉਹ ਲੋਕਾਂ ਨੂੰ ਬੜੇ ਮਹਿੰਗੇ ਰੇਟਾਂ ਦੇ ਉੱਤੇ ਐਸੇ ਵੀਡੀਓਜ਼ ਜਿਹੜੇ ਆ ਉਹ ਸਰਕੂਲੇਟ ਕਰਦੇ ਨੇ। ਇਸ ਕਰਕੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਸੀਗਾ ਇੰਟਰਨੈਟ ਐਡਿਕਸ਼ਨ ਔਰ ਸਾਈਬਰ ਕ੍ਰਾਈਮ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਇੱਕ ਤਾਂ ਆਪਣੀ ਐਡਿਕਸ਼ਨ ਜਿਹੜੀ ਆ ਉਹਨੂੰ ਘਟਾਇਆ ਜਾਏ, ਔਰ ਆਪਣੀ ਐਡਿਕਸ਼ਨ ਘਟਾਉਣ ਦਾ ਸਭ ਤੋਂ ਵੱਡਾ ਇੱਕ ਹੀ ਸੋਲੂਸ਼ਨ ਹੈ, ਔਰ ਉਹ ਇਹ ਕਿ ਆਪਣੇ ਆਪ ਨੂੰ ਇੱਕ ਨਿਰਧਾਰਤ ਸਮੇਂ ਜਿਹੜਾ ਆ ਉਹ ਅਲਾਟ ਕੀਤਾ ਜਾਏ ਕਿ ਅਸੀਂ ਇੰਨੀ ਦੇਰ ਸੋਸ਼ਲ ਮੀਡੀਆ ਦੇ ਉੱਤੇ ਆਉਣਾ, ਉਹਦੇ ਬਾਅਦ ਤੁਸੀਂ ਆਪਣਾ ਗੈਜਟ ਜੇ ਤੁਹਾਨੂੰ ਲੋੜ ਨਹੀਂ ਹੈ ਉਹਨੂੰ ਸਾਈਡ 'ਤੇ ਰੱਖੋ, ਔਰ ਆਪਣਾ ਕੁਆਲਿਟੀ ਟਾਈਮ, ਆਪਣੀ ਸੈਲਫ ਇੰਪਰੂਵਮੈਂਟ, ਆਪਣੇ ਬੱਚਿਆਂ ਨੂੰ ਲੀਡ ਬਾਈ ਐਗਜ਼ਾਮਪਲ ਕਰੋ, ਤਾਂ ਕਿ ਤੁਹਾਡੇ ਬੱਚੇ ਜਿਹੜੇ ਆ ਉਹ ਤੁਹਾਡੇ ਵੱਲ ਵੇਖਣ ਔਰ ਉਹ ਆਪ ਆਪਣੇ ਆਪ ਨੂੰ ਮੋਟੀਵੇਟ ਕਰਨ। ਉਹਨਾਂ ਨੂੰ ਵੀ ਲੱਗੇ ਕਿ ਸ਼ਾਇਦ ਜੇ ਸਾਡੇ ਮਾਂ-ਬਾਪ ਜਿਹੜੇ ਆ ਇਹਦੇ ਬਿਨਾਂ ਗੁਜ਼ਾਰਾ ਕਰ ਸਕਦੇ ਨੇ ਤੇ ਅਸੀਂ ਵੀ ਇਹਦੇ ਬਿਨਾਂ ਗੁਜ਼ਾਰਾ ਕਰ ਸਕਦੇ ਹਾਂ। ਦੂਸਰਾ, ਖਾਸ ਤੌਰ 'ਤੇ ਸਾਡਾ ਜਿਹੜਾ ਸਾਊਥ ਏਸ਼ੀਅਨ ਭਾਈਚਾਰਾ ਹੈ ਉਹਨੂੰ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਆਪ ਨੂੰ ਟੈਕਨੋਲੋਜੀ ਦੇ ਨਾਲ ਆਪਣੇ ਆਪ ਨੂੰ ਅਵੇਅਰ ਰੱਖੇ, ਕੀ ਐਪਸ ਚੱਲ ਰਹੀਆਂ ਨੇ ਉਹਨਾਂ ਬਾਰੇ ਆਪਣੇ ਬੱਚਿਆਂ ਤੋਂ ਵੀ ਜਾਣਕਾਰੀ ਲਏ, ਉਹਨਾਂ ਨਾਲ ਗੱਲਬਾਤ ਕਰੇ, ਆਪ ਸਰਚ ਕਰੋ ਔਰ ਆਪਣੇ ਬੱਚਿਆਂ ਨੂੰ ਅਲਰਟ ਕਰੋ ਕਿ ਐਸੀਆਂ ਐਪਸ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਨੇ, ਐਸੇ ਤਰੀਕੇ ਦੇ ਨਾਲ ਤੁਸੀਂ ਲਿਓਰ ਹੋ ਸਕਦੇ ਹੋ,
ਉਹਨਾਂ ਨੂੰ ਜਾਣਕਾਰੀ ਦਿਓ ਔਰ ਉਹਨਾਂ ਨੂੰ ਇਹ ਵੀ ਕੌਨਫੀਡੈਂਸ ਦਿਓ ਕਿ ਅਗਰ ਕੋਈ ਵੀ ਚੀਜ਼ ਤੁਸੀਂ ਐਸੀ ਕਰ ਬੈਠਦੇ ਹੋ ਤੇ ਤੁਹਾਨੂੰ ਸਾਡੇ ਨਾਲੋਂ ਪੇਰੈਂਟਸ ਤੋਂ ਜਾਂ ਮਾਂ-ਬਾਪ ਤੋਂ ਡਰਨ ਦੀ ਲੋੜ ਨਹੀਂ। ਅਸੀਂ ਮਿਲ ਕੇ ਉਸ ਚੀਜ਼ ਨੂੰ ਸੋਲਵ ਕਰ ਸਕਦੇ ਹਾਂ, ਕਿਉਂਕਿ ਅਦਰਵਾਈਜ਼ ਤੁਹਾਡਾ ਬੱਚਾ ਜੇ ਤੁਹਾਨੂੰ ਦੱਸੇਗਾ ਨਹੀਂ ਔਰ ਉਹਨੂੰ ਕੋਈ ਨਾ ਕੋਈ ਸੈਕਸਟੋਰਸ਼ਨ ਦਾ ਵਿਕਟਮ ਬਣਾ ਦੇਗਾ, ਕੋਈ ਨਾ ਕੋਈ ਉਹਨੂੰ ਫਰਦਰ ਹੋਰ ਜ਼ਿੰਦਗੀਆਂ ਬਰਬਾਦ ਕਰਨ ਲਈ ਇਸਤੇਮਾਲ ਕਰੇਗਾ, ਕੋਈ ਨਾ ਕੋਈ ਉਹਨੂੰ ਹੋਰ ਗਲਤ ਚੀਜ਼ਾਂ ਚਾਹੇ ਚੋਰੀ ਚਾਹੇ ਡਰੱਗ ਇੱਥੋਂ ਤੱਕ ਮਜਬੂਰ ਕਰੇਗਾ ਕਿ ਸ਼ਾਇਦ ਅਗਰ ਅਸੀਂ ਆਪਣੇ ਆਪ ਨੂੰ ਅਲਰਟ ਰੱਖੀਏ ਤੇ ਬਹੁਤ ਸਾਰੇ ਐਸੇ ਕੇਸਿਸ ਆਏ ਨੇ ਜਿੱਥੇ ਬੱਚਿਆਂ ਨੇ ਸੁਸਾਈਡ ਤੱਕ ਅਟੈਂਪਟ ਕੀਤੇ ਨੇ। ਔਰ ਸੁਸਾਈਡ ਜਿਹੜੇ ਆ ਉਹ ਇਸ ਕਰਕੇ ਅਟੈਂਪਟ ਕੀਤੇ ਆ ਕਿਉਂਕਿ ਉਹਨਾਂ ਨੂੰ ਇਸ ਸਰਕਲ 'ਚੋਂ ਇਕੱਲੇ ਨਿਕਲਣਾ ਬਹੁਤ ਮੁਸ਼ਕਿਲ ਸੀ। ਔਰ ਇਸੇ ਉਮੀਦ ਦੇ ਨਾਲ ਕਿ ਅਸੀਂ ਸਾਰੇ ਇਸ ਚੀਜ਼ ਤੋਂ ਸਿੱਖਾਂਗੇ, ਅਸੀਂ ਆਪਣੇ ਆਪ ਨੂੰ ਉਦਾਹਰਨ ਦੇ ਤੌਰ 'ਤੇ ਆਪਣੇ ਬੱਚਿਆਂ ਅੱਗੇ ਸੈੱਟ ਕਰਾਂਗੇ, ਆਪ ਇੰਟਰਨੈਟ ਐਡਿਕਸ਼ਨ 'ਚੋਂ ਨਿਕਲਾਂਗੇ ਔਰ ਬੱਚਿਆਂ ਨੂੰ ਸਾਈਬਰ ਕ੍ਰਾਈਮ ਦੇ ਉੱਤੇ ਕ੍ਰਾਈਮ ਕਿਵੇਂ ਹੋ ਰਿਹਾ ਉਹਦੀ ਜਾਣਕਾਰੀ ਦੇਵਾਂਗੇ। ਇਸੇ ਉਮੀਦ ਨਾਲ ਕਿ ਸਾਡੇ ਬੱਚੇ ਜਿਹੜੇ ਆ ਇਸ ਚੀਜ਼ ਤੋਂ ਬਚੇ ਰਹਿਣ। ਤੁਹਾਡੇ ਤੋਂ ਆਗਿਆ ਲੈਂਦੇ ਆ। ਰੇਡੀਓ ਜ਼ਿੰਦਾਬਾਦ ਨਾਲ ਜੁੜੇ ਰਹੋ। ਅਗਲੇ ਐਤਵਾਰ ਫਿਰ ਮਿਲਾਂਗੇ ਨਵੇਂ ਟੌਪਿਕ ਦੇ ਨਾਲ। ਰੱਬ ਰਾਖਾ।